जगद दुख निकंदन अमरदास गुर हिरदे त्याओ जी हिरदे। श्री गुरु रामदास गुण गावो गुरु अर्जन बिघ्नन के नासक बिघ्नन के। हारे गोबिंद शुभ मत प्रकाशक। श्री हर राय नमो कर जोरी नमो कर। श्री हर कृष्ण मनाओ बहोई तेग बहादुर परम कृपाला परम कृपाला। श्री गुरु गोबिंद सिंह बिसाला। तारों तारा पारे पुन पुन सीसा वाहिगुरु पुन पुन सीसा। बंदों बार बार जगदीसा। एक ओंकारा सतगुरु ते प्रसाद सच होए। वाहिगुरु जी की फतेह है विघ्न विनाशन सोए। कहाँ बुद्ध प्रभ तुच्छ हमारी वर्ण सके महिमा जो तिहारी। हम ना सकत कर सिफत तुम्हारी आप लिहो तुम कथा सुधारी। हम ना सकत कर सिफत तुम्हारी आप लिहो तुम कथा सुधारी। सतनाम श्री वाहिगुरु साहिब जी। उतना रंग कर फतेह लराई अनक धुंद भी महद बजाई। दारश कोह सिवर जह काला आए ठाड़ तह हरख बिसाला। वाहिगुरु जी का खालसा वाहिगुरु जी की फतेह। सन्मान जो गुरु खालसा साध संगत जी आप जी सतगुਰਾਂ ਦੀ ਪਵਿੱਤਰ ਪਾਵਨ ਹਜ਼ੂਰੀ ਵਿਖੇ ਸੰਧਿਆ ਦੇ ਦੀਵਾਨਾਂ ਵਿੱਚ ਹਾਜ਼ਰ ਹੋਏ ਹੋ। ਸੋਧਾ ਰਹਿ ਰਾਜ ਸਾਹਿਬ ਜੀ ਦੇ ਪਾਠ ਆਰਤੀ ਆਰਤੇ ਦੇ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਧੰਨ ਧੰਨ ਮਹਾਰਾਜ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ 'ਚ ਜੋੜੀਏ। ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਉਹਨਾਂ ਦੇ ਸਮੇਂ ਦਾ ਜੋ ਇਤਿਹਾਸ ਜੋ ਲੜੀਵਾਰ ਕਥਾ ਚੱਲ ਰਹੀ ਹੈ। ਬਾਦਸ਼ਾਹ ਸ਼ਾਹਜਹਾਨ ਦੇ 4 ਪੁੱਤਰਾਂ ਵਿੱਚੋਂ ਔਰੰਗਜ਼ੇਬ ਸਭ ਤੋਂ ਚਲਾਕ ਹੁਸ਼ਿਆਰ ਤੇ ਮੁਕਾਰ ਸੀ। ਵੱਡੇ ਪੁੱਤਰ ਦਾਰਾ ਸ਼ਿਕੋਹ ਨੂੰ ਬਾਦਸ਼ਾਹ ਨੇ ਉਸ ਦਾ ਮੁਕਾਬਲਾ ਕਰਨ ਲਈ ਭੇਜਿਆ ਸੀ ਜੋ ਚੰਬਲ ਦੀ ਘਾਟੀ ਤੇ ਮੁਕਾਬਲਾ ਹੋਇਆ। ਔਰੰਗਜ਼ੇਬ ਨੇ ਧੋਖੇ ਨਾਲ ਦਾਰਾ ਸ਼ਿਕੋਹ ਦੀਆਂ ਫੌਜਾਂ ਨੂੰ ਵੀ ਆਪਣੇ ਵੱਲ ਕਰ ਲਿਆ ਔਰ ਦਰਿਆ ਚੰਬਲ ਵੀ ਪਾਰ ਕਰਕੇ ਉਸਨੇ ਲੜਾਈ ਵੀ ਜਿੱਤ ਲਈ। ਦਾਰਾ ਸ਼ਿਕੋਹ ਡਰਦਾ ਹੋਇਆ ਭੱਜਿਆ ਤੇ ਆਗਰੇ ਵੀ ਨਹੀਂ ਠਹਿਰਿਆ, ਸਿੱਧਾ ਦਿੱਲੀ ਚਲਾ ਗਿਆ। ਉੱਥੇ ਜਾ ਕੇ ਵੀ ਉਸਦੇ ਪੈਰ ਨਹੀਂ ਲੱਗੇ, ਉੱਥੋਂ ਵੀ ਉਹ ਦੌੜ ਗਿਆ। ਇੱਧਰੋਂ ਔਰੰਗਜ਼ੇਬ ਜੰਗ ਫਤਿਹ ਕਰਕੇ ਆਗਰੇ ਪਹੁੰਚਿਆ ਤੇ ਆਪਣੇ ਪਿਤਾ ਨੂੰ ਕਿਵੇਂ ਕੈਦ ਕੀਤਾ ਉਹ ਕਥਾ ਮਹਾਕਵੀ ਭਾਈ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਹੈ। ਆਓ ਸਰਵਣ ਕਰੀਏ। ਸਤਿਗੁਰੂ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ 'ਚ ਸੁਰਤੀ ਜੋੜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉਤਨਾ ਰੰਗ ਕਰ ਫਤਿਹ ਲਰਾਈ ਉਧਰੋਂ ਔਰੰਗਜ਼ੇਬ ਜੰਗ ਜਿੱਤ ਕੇ ਅਨਕ ਧੁੰਦ ਵੀ ਮਹਿਦ ਬਜਾਈ। ਬੜੇ ਨਗਾਰੇ ਵਜਾ ਕੇ ਦਾਰਾ ਸ਼ਿਕੋਹ ਸਿਵਰ ਜਹ ਕਾਲਾ ਜਿੱਥੇ ਦਾਰਾ ਸ਼ਿਕੋਹ ਦੀ ਛਾਉਣੀ ਸੀ ਆਏ ਠਾੜ ਤਹ ਹਰਖ ਬਿਸਾਲਾ। ਉੱਥੇ ਆ ਖੜਾ ਤੇ ਬੜੀ ਖੁਸ਼ੀ ਨਾਲ ਉਸਨੇ ਦਾਰਾ ਸ਼ਿਕੋਹ ਦੀ ਛਾਉਣੀ ਤੇ ਕਬਜ਼ਾ ਕਰ ਲਿਆ। ਸਕਲ ਸਮਾਜ ਸਕੇਲਿਓ ਤਹਾਂ ਸਾਰਾ ਤੋਪਖਾਨਾ ਘੋੜੇ ਹਾਥੀ ਤੰਬੂ ਲਾਓ ਲਸ਼ਕਰ ਸਾਰਾ ਕੁਝ ਆਪਣੇ ਕਬਜ਼ੇ 'ਚ ਕਰ ਲਿਆ। ਭਈ ਨਿਸਾ ਕਰ ਬਾਸਾ ਰਹਾ ਰਾਤ ਪਈ ਹੈ
ਔਰੰਗਜ਼ੇਬ ਨੇ ਚੰਬਲ ਦੇ ਉਰਲੇ ਪਾਸੇ ਰਾਤ ਕੱਟੀ ਹੈ। ਕਮ ਰਾਵਨ ਕਹ ਦੇ ਬਖਸ਼ੀਸ਼, ਆਪਣੇ ਅਫਸਰਾਂ ਨੂੰ, ਆਪਣੇ ਉਮਰਾਵਾਂ ਨੂੰ ਬਹੁਤ ਸਾਰੀਆਂ ਬਖਸ਼ਿਸ਼ਾਂ ਤੇ ਇਨਾਮ ਦਿੱਤੇ ਹਨ। ਹੀਰਨ ਮੁਕਤਾਗਨ ਦਿਪਤੀਸ, ਹੀਰੇ ਮੋਤੀ ਬਹੁਤ ਕੁਝ ਦਿੱਤਾ ਹੈ। ਤਾਂ ਤੇ ਕਰਿਓ ਨ ਰੰਗੇ ਕੂਚ, ਕਹਿੰਦੇ ਫਿਰ ਉਥੋਂ ਔਰੰਗਜ਼ੇਬ ਨੇ ਕੂਚ ਕੀਤਾ ਹੈ ਨਗਰ ਆਗਰੇ ਆਨ ਪਹੂਚ। ਔਰ ਆਗਰੇ ਸ਼ਹਿਰ ਆ ਪਹੁੰਚਿਆ ਹੈ। ਸਮ ਉਵਰਾਵ ਮਿਲੇ ਸੰਗ ਆਏ, ਕਹਿੰਦੇ ਸਾਰੇ ਉਮਰਾਵ ਉਸ ਔਰੰਗਜ਼ੇਬ ਨੂੰ ਆ ਕੇ ਮਿਲੇ ਨੇ। ਪਹਿਲਾਂ ਹੀ ਅੰਦਰ ਖਾਤੇ ਉਹਨਾਂ ਨਾਲ ਗੱਲਬਾਤ ਕੀਤੀ ਹੋਈ ਸੀ। ਜਿਹੜੇ ਕੱਟੜ ਮੁਤਸਵੀ ਜੇ ਲੋਕ ਸਨ, ਕਾਜੀ ਮੁੱਲਾ ਅਤੇ ਉਮਰਾਵ, ਜਿਹੜੇ ਚਾਹੁੰਦੇ ਸੀ ਔਰੰਗਜ਼ੇਬ ਬਾਦਸ਼ਾਹ ਬਣੇ ਤੇ ਇਸਲਾਮ ਦਾ ਪ੍ਰਚਾਰ ਕਰੀਏ, ਉਹ ਸਾਰੇ ਹੀ ਔਰੰਗਜ਼ੇਬ ਨੂੰ ਆ ਕੇ ਮਿਲੇ ਹਨ ਤੇ ਜਿੱਤ ਦੀਆਂ ਵਧਾਈਆਂ ਦਿੰਦੇ ਹਨ। ਭੇ ਅਨੁਸਾਰ ਜੋਰ ਇਸ ਪਾਏ, ਔਰ ਐਸਾ ਜ਼ੋਰ ਪਾ ਕੇ ਜ਼ਬਰਦਸਤੀ ਹਮਲਾ ਕਰਕੇ ਉਹਨਾਂ ਨੇ ਇਹਦੇ ਨਾਲ ਰਲ ਗਏ ਹਨ। ਸਾਰੇ ਹੀ ਜਿੱਧਰ ਜ਼ੋਰ ਉੱਧਰ ਹੋ ਜਾਂਦੇ ਹਨ। ਜੇ ਸੱਤ ਜ਼ੋਰ ਘਰ ਵੇਖਿਆ ਸੋਏ, ਨਾਨਕ ਉਤਮ ਨੀਚ ਨਾ ਕੋਏ। ਇਹ ਸੰਸਾਰ ਦੇ ਵਿੱਚ ਕੋਈ ਤਗੜਾ ਮਾੜਾ ਨਹੀਂ ਹੁੰਦਾ, ਬੱਚੇ ਦੇ ਕੋਲ ਜ਼ੋਰ ਹੁੰਦਾ ਹੈ, ਭਾਵੇਂ ਉਹ ਮਾੜਾ ਵੀ ਹੋਵੇ ਉਹਨੂੰ ਚੰਗਾ ਮੰਨ ਲੈਂਦੀ ਦੁਨੀਆ, ਤੇ ਜਿਹੜਾ ਚੰਗਾ ਵੀ ਹੋਵੇ ਜੇ ਕਮਜ਼ੋਰ ਹੋਵੇ ਉਹਨੂੰ ਮਾੜਾ ਕਹਿਣ ਲੱਗ ਜਾਂਦੀ ਹੈ ਦੁਨੀਆ। ਸੋ ਜਿਹੜੇ ਇਹੋ ਜਿਹੇ ਮਤਲਬੀ ਲੋਕ ਸਨ, ਡੰਗ ਟਪਾਊ ਲੋਕ ਸਨ, ਉਹ ਵੀ ਔਰੰਗਜ਼ੇਬ ਦੇ ਨਾਲ ਹੀ ਸਹਿਮਤ ਹੋ ਗਏ ਹਨ। ਸ਼ਾਹ ਜਹਾਂ ਤਹ ਪਰਿਓ ਬਿਮਾਰੀ, ਸ਼ਾਹਜਹਾਨ ਬਾਦਸ਼ਾਹ ਆਗਰੇ 'ਚ ਬਿਮਾਰ ਪਿਆ, ਮੰਜੇ ਤੇ ਆਪਣੀ ਮੌਤ ਉਡੀਕ ਰਿਹਾ ਸੀ। ਨਜ਼ਰ ਬੰਦ ਕੀ ਨਸ ਦਲ ਭਾਰੀ, ਤੇ ਉਸ ਬਿਮਾਰ ਪਿਓ ਨੂੰ, ਸ਼ਾਹਜਹਾਨ ਬਾਦਸ਼ਾਹ ਨੂੰ, ਔਰੰਗਜ਼ੇਬ ਨੇ ਕਿਲੇ ਵਿੱਚ ਨਜ਼ਰਬੰਦ ਕਰ ਲਿਆ, ਆਪਣੀ ਨਿਗਰਾਨੀ ਵਿੱਚ ਲੈ ਲਿਆ, ਕੈਦ ਕਰ ਲਿਆ ਹੈ। ਪਿਤਾ ਜਾਨ ਨਹ ਰੱਖ ਬਡਾਈ, ਇਹ ਵੀ ਨਹੀਂ ਸੋਚਿਆ ਵੀ ਮੇਰਾ ਪਿਓ ਹੈ, ਚਲੋ ਇਹਦਾ ਹੀ ਮਾਣ ਸਨਮਾਨ ਰੱਖ ਲਈਏ। ਔਰੰਗਜ਼ੇਬ ਨੇ, ਰਾਜਨੀਤੀ ਇਹੋ ਜਿਹੀ ਚੀਜ਼ ਹੈ, ਨਾ ਪਿਓ ਦੇਖਦੀ ਹੈ, ਨਾ ਭਰਾ, ਨਾ ਧੀ ਪੁੱਤ। ਸੋ ਸਾਧ ਸੰਗਤ ਜੀ, ਉਹਨੇ ਆਪਣੇ ਪਿਤਾ ਸ਼ਾਹਜਹਾਨ ਨੂੰ ਆਗਰੇ ਦੇ ਕਿਲੇ ਵਿੱਚ ਕੈਦ ਕਰ ਲਿਆ ਹੈ। ਕਰਿਓ ਕੈਦ ਔਰ ਬੜ ਦੁਸ਼ਟਾਈ, ਬੜੀ ਦੁਸ਼ਟਤਾਈ ਕੀਤੀ ਹੈ, ਨੀਚਪੁਣਾ ਕੀਤਾ ਹੈ। ਜੋ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਪਿਓ ਸ਼ਾਹਜਹਾਨ ਨੂੰ ਕੈਦ ਕੀਤਾ ਹੈ। ਪੁਨਕ ਪੇਚਿਤ ਵਿਓ ਮਤਮੰਦ, ਫਿਰ ਉਹਨੇ ਹੋਰ ਕਪਟ ਦੀਆਂ ਚਾਲਾਂ ਸੋਚੀਆਂ ਹਨ, ਕਿਉਂਕਿ ਜਿਹੜਾ ਬੰਦਾ ਕਪਟੀ ਹੁੰਦਾ ਉਹਨੂੰ ਸੁਪਨੇ ਵੀ ਕਪਟ ਦੇ ਹੀ ਆਉਂਦੇ ਨੇ, ਖਿਆਲ ਵੀ ਕਪਟ ਦੇ ਹੀ ਆਉਂਦੇ ਨੇ, ਬੁਰੇ ਹੀ ਵਿਚਾਰ ਆਉਂਦੇ ਹਨ। ਪ੍ਰਾਤ ਮੁਰਾਦ ਬਖਸ਼ ਦਲ ਬ੍ਰਿੰਦ, ਸਾਧ ਸੰਗਤ ਜੀ, ਕਪਟੀ ਦਾਰਾ ਸ਼ਿਕੋ, ਔਰੰਗਜ਼ੇਬ ਨੇ ਦਾਰਾ ਸ਼ਿਕੋ ਨੂੰ ਤਾਂ ਭਜਾ ਦਿੱਤਾ ਸੀ ਤੇ ਮੁਰਾਦ ਬਖਸ਼ ਨੂੰ ਆਪਣੇ ਨਾਲ ਲਾ ਲਿਆ ਸੀਗਾ। ਦਾਰਾ ਸ਼ਿਕੋ ਨੂੰ, ਉਹਦੀ ਫੌਜਾਂ ਨੂੰ ਆਪਣੇ ਕੋਲ ਕਰ ਲਿਆ ਤੇ ਦਾਰਾ ਸ਼ਿਕੋ ਨੂੰ ਭਜਾ ਦਿੱਤਾ ਜੰਗ ਵਿੱਚੋਂ। ਸਾਰੀ ਫੌਜ ਤੇ ਕਬਜ਼ਾ ਕਰ ਲਿਆ ਦਾਰਾ ਸ਼ਿਕੋ ਦੀ ਤੇ ਮੁਰਾਦ ਬਖਸ਼ ਨੂੰ ਆਪਣੇ ਨਾਲ ਇਹ ਕਹਿ ਕੇ ਲਾ ਲਿਆ ਸੀ ਵੀ ਮੈਂ ਤਾਂ ਮੱਕੇ ਚਲੇ ਜਾਵਾਂਗਾ, ਬਾਦਸ਼ਾਹੀ ਤਾਂ ਮੁਰਾਦ ਬਖਸ਼ ਤੂੰ ਹੀ ਸੰਭਾਲਣੀ ਹੈ। ਤੇ ਉਹ ਆਪਣੇ ਵੱਡੇ ਭਰਾ ਦੀਆਂ ਗੱਲਾਂ 'ਚ ਆ ਕੇ ਬੜਾ ਤਿੜਿਆ ਫਿਰਦਾ ਸੀ ਵੀ ਮੈਂ ਹੁਣ ਬਾਦਸ਼ਾਹ ਬਣਨ ਵਾਲਾ ਹਾਂ। ਉਹ ਬਾਦਸ਼ਾਹੀ ਦੇ ਸੁਪਨੇ ਲੈਂਦਾ ਲੈਂਦਾ ਔਰੰਗਜ਼ੇਬ ਦੇ ਡਿੱਕੇ ਚੜ ਗਿਆ। ਦਾਰਾ ਸ਼ਿਕੋਹ ਸੰਗ ਇੱਕ ਹੋਏ, ਕਹਿੰਦੇ ਦਾਰਾ ਸ਼ਿਕੋਹ ਨੂੰ ਤਾਂ ਕੱਢ ਦਿੱਤਾ, ਭਾਵ ਉਹਦੀ ਤੇ ਫੌਜ ਤੇ ਕਬਜ਼ਾ ਕਰ ਲਿਆ। ਬਿਗਰ ਪਰ ਹੈ ਨਹ ਮੁਝ ਸੋ ਦੋਏ, ਕਿਤੇ ਇਹ ਨਾ ਹੋਵੇ ਕਿ ਮੁਰਾਦ ਬਖਸ਼ ਦਾਰਾ ਸ਼ਿਕੋਹ ਨਾਲ ਨਾ ਰਲ ਜਾਵੇ। ਔਰੰਗਜ਼ੇਬ ਦੇ ਮਨ 'ਚ ਹੁਣ ਦੁਬਾਰਾ ਬੇਈਮਾਨੀ ਆਈ, ਬੁਰਾ ਖਿਆਲ ਇਹ ਆਇਆ ਵੀ ਮੁਰਾਦ ਬਖਸ਼ ਕਿਤੇ ਦਾਰਾ ਸ਼ਿਕੋਹ ਦੀ ਮਦਦ ਨਾ ਕਰਨ ਲੱਗ ਜਾਵੇ, ਮੇਰੇ ਨਾਲੋਂ ਟੁੱਟ ਕੇ ਉਧਰ ਨਾ ਰਲ ਜਾਵੇ। ਜੇ ਕਿਤੇ ਇਹ ਉਧਰ ਚਲਾ ਗਿਆ, ਦੋਵੇਂ ਭਾਈ ਉਹ ਇਕੱਠੇ ਹੋ ਗਏ, ਮੈਂ ਇਕੱਲਾ ਰਹਿ ਜਾਵਾਂਗਾ ਤੇ ਫਿਰ ਮੇਰਾ ਰਾਜ ਨਹੀਂ ਹੋ ਸਕੇਗਾ। ਕਪਟ ਠਾਨ ਤਿਸ ਕੋ ਗਹਿ ਲਿਓ, ਇਸ ਨੇ ਕਪਟ ਦੇ ਨਾਲ ਮਨ ਦੇ ਵਿੱਚ ਬੁਰਾਈ ਸੋਚ ਕੇ ਮੁਰਾਦ ਬਖਸ਼ ਨੂੰ ਵੀ ਕੈਦ ਕਰ ਲਿਆ। ਆਪਣੇ ਪਿਓ ਸ਼ਾਹਜਹਾਨ ਨੂੰ ਤਾਂ ਕੈਦ ਕੀਤਾ ਹੀ ਸੀਗਾ ਤੇ ਦਾਰਾ ਸ਼ਿਕੋਹ ਨੂੰ ਜੰਗ 'ਚੋਂ ਭਜਾ ਦਿੱਤਾ ਸੀ। ਰਹਿ ਗਿਆ ਮੁਰਾਦ ਬਖਸ਼, ਉਹਨੂੰ ਪਹਿਲਾਂ ਦਾ ਪ੍ਰੇਮ ਦੇ ਨਾਲ ਲਾਰੇ ਲੱਪੇ ਲਾ ਕੇ ਗੁਜਰਾਤ ਤੋਂ ਆਗਰੇ ਤੱਕ ਲੈ ਆਇਆ।
ਆਗਰੇ ਵਿੱਚ ਆ ਕੇ ਦੇਖਿਆ ਵੀ ਹੁਣ ਕੁਝ ਮੁਰਾਦ ਬਖਸ਼ ਦੀ ਕੋਈ ਖਾਸ ਲੋੜ ਨਹੀਂ, ਮੈਨੂੰ ਨੁਕਸਾਨ ਜ਼ਿਆਦਾ ਹੋ ਸਕਦਾ, ਇਹਦੇ ਤੋਂ ਫਾਇਦਾ ਘੱਟ ਹੋਣਾ। ਮੁਰਾਦ ਬਖਸ਼ ਨੂੰ ਵੀ ਪਿਤਾ ਦੇ ਨਾਲ ਹੀ ਕੈਦ ਕਰ ਲਿਆ। ਜੋ ਇਸ ਕੇਰ ਸਹਾਇਕ ਭਇਓ, ਜਿਹੜਾ ਵੀ ਇਹਦੀ ਮਦਦ ਕਰਨ ਵਾਲਾ ਸੀ ਦੋਨੋਂ ਗਹਿਲੀ ਨਿਸ ਕਰ ਗਾਡੇ, ਉਹ ਵੀ ਫੜ ਲਏ। ਮੁਰਾਦ ਬਖਸ਼ ਵੀ ਫੜ ਲਿਆ ਤੇ ਉਹਦੇ ਨਾਲ ਦੇ ਮਦਦਗਾਰ ਵੀ ਸਾਰੇ ਆਪਣੀ ਨਿਗਰਾਨੀ 'ਚ ਲੈ ਲਏ ਤੇ ਉਹਨਾਂ ਦਾ ਸਾਰਾ ਲਾਓ ਲਸ਼ਕਰ ਵੀ ਜਿਹੜਾ ਨਾ ਪਾੜ ਧਾੜ ਕੇ ਵੱਖਰਾ ਵੱਖਰਾ ਕਰ ਦਿੱਤਾ। ਸ਼ਸਤਰ ਗਹੇ ਗਨ ਪਟ ਰਹਿ ਠਾਡੇ, ਤੇ ਦਾਰਾ ਸ਼ਿਕੋਹ ਤਾਂ ਚਲਾ ਗਿਆ ਸੀ ਭੱਜ ਕੇ ਦਿੱਲੀ ਨੂੰ। ਤੇ ਬਾਦਸ਼ਾਹ ਸ਼ਾਹਜਹਾਨ ਔਰ ਮੁਰਾਦ ਬਖਸ਼ ਨੂੰ ਫੌਜ ਦੀ ਨਿਗਰਾਨੀ ਵਿੱਚ ਦਿਨ ਰਾਤ ਪਹਿਰੇਦਾਰ ਉੱਤੇ ਖੜੇ ਰਹੇ। ਮਹਿਲਾਂ ਦੇ ਵਿੱਚ ਹੀ ਆਗਰੇ ਦਾ ਲਾਲ ਕਿਲ੍ਹਾ, ਇੱਕ ਦਿੱਲੀ ਦਾ ਲਾਲ ਕਿਲ੍ਹਾ, ਇੱਕ ਆਗਰੇ ਦਾ ਵੀ ਲਾਲ ਕਿਲ੍ਹਾ ਹੈ। ਉਹ ਲਾਲ ਕਿਲ੍ਹੇ ਦੇ ਵਿੱਚ ਆਗਰੇ ਵਾਲੇ ਵਿੱਚ ਇਹਨਾਂ ਨੇ ਆਪਣੇ ਪਿਓ ਨੂੰ ਤੇ ਆਪਣੇ ਭਾਈ ਨੂੰ ਕੈਦ ਕਰ ਲਿਆ ਨਿਜ ਅਨੁਸਾਰ ਘਰੇ ਦਲ ਤੀਨੋ, ਔਰ ਤਿੰਨੇ ਫੌਜਾਂ ਆਪਣੇ ਅਧੀਨ ਕਰ ਲਈਆਂ। ਆਪਣੀ ਫੌਜ ਤਾਂ ਹੈ ਹੀ ਸੀ ਔਰੰਗਜ਼ੇਬ ਕੋਲ, ਜਿਹੜੀ ਦੱਖਣ ਤੋਂ ਲੈ ਕੇ ਆਇਆ ਸੀ, ਤੇ ਮੁਰਾਦ ਬਖਸ਼ ਦੀ ਫੌਜ ਨੂੰ ਵੀ ਆਪਣੇ ਥੱਲੇ ਕਰ ਲਿਆ। ਮੁਰਾਦ ਬਖਸ਼ ਨੂੰ ਜੇਲ੍ਹ 'ਚ ਸਿੱਟ ਦਿੱਤਾ ਤੇ ਆਪਣੇ ਪਿਓ ਦੀ ਜਿਹੜੀ ਫੌਜ ਸੀ ਜਾਂ ਦਾਰਾ ਸ਼ਿਕੋਹ ਦੀ ਜਿਹੜੀ ਫੌਜ ਸੀ ਉਹ ਵੀ ਆਪਣੇ ਅਧੀਨ ਕਰ ਲਈ। ਤਿੰਨ ਫੌਜਾਂ, ਆਪਣੀ ਫੌਜ, ਮੁਰਾਦ ਬਖਸ਼ ਦੀ ਫੌਜ ਤੇ ਆਗਰੇ ਬਾਦਸ਼ਾਹ ਸ਼ਾਹਜਹਾਨ ਦੀ ਫੌਜ ਆਪਣੇ ਤਾਬੇ ਕਰ ਲਈ ਹੈ। ਪੁਨਹ ਕੂਚ ਦਲ ਕਰ ਦੀਨੋ, ਫਿਰ ਇਹਨੇ ਉੱਥੋਂ ਚੱਲ ਕੇ ਆਗਰੇ ਡੇਰਾ ਕੀਤਾ ਹੈ। ਦਿੱਲੀ ਕੇ ਸਨਮੁਖ ਹੋਏ ਗਮਨਾ, ਤੇ ਫਿਰ ਸਾਧ ਸੰਗਤ ਜੀ ਉੱਥੋਂ ਤਿਆਰੀ ਕਰਕੇ ਦਿੱਲੀ ਨੂੰ ਤੁਰ ਪਿਆ ਵੀ ਹੁਣ ਦਿੱਲੀ ਚੱਲਦੇ ਆ। ਰਾਜਧਾਨੀ ਦਿੱਲੀ ਹੈ, ਆਗਰੇ ਤੇ ਕਬਜ਼ਾ ਹੋ ਗਿਆ, ਹੁਣ ਦਿੱਲੀ ਤੇ ਕਬਜ਼ਾ ਕਰੀਏ, ਦਾਰਾ ਸ਼ਿਕੋਹ ਨੂੰ ਭਜਾਈਏ ਉੱਥੋਂ। ਔਰੰਗਜ਼ੇਬ ਬੜਾ ਭਾਰੀ ਲਸ਼ਕਰ ਲੈ ਕੇ ਆਗਰੇ ਦਾ ਸਾਰਾ ਬੰਦੋਬਸਤ ਕਰਕੇ ਪਿਤਾ ਨੂੰ ਤੇ ਭਾਈ ਨੂੰ ਕੈਦ ਕਰਕੇ ਦਿੱਲੀ ਨੂੰ ਤੁਰ ਪਿਆ ਹੈ। ਪਤਸ਼ਾਹਨ ਕੇ ਜਹ ਬਹੁ ਭਵਨਾ, ਜਿੱਥੇ ਬਾਦਸ਼ਾਹਾਂ ਦੀ ਰਾਜਧਾਨੀ ਹੈ ਹਿੰਦੁਸਤਾਨ ਦੀ ਦਿੱਲੀ। ਦਾਰਾ ਸ਼ਿਕੋਹ ਸਕੇਲੀ ਸੈਨ, ਦਾਰਾ ਸ਼ਿਕੋਹ ਨੇ ਆਪਣੀ ਸਾਰੀ ਫੌਜ ਇਕੱਠੀ ਕੀਤੀ ਵੀ ਔਰੰਗਜ਼ੇਬ ਆ ਰਿਹਾ ਦਿੱਲੀ ਨੂੰ, ਆਪਾਂ ਉਹਦਾ ਮੁਕਾਬਲਾ ਕਰੀਏ ਜਾਂ ਕੋਈ ਹੀਲਾ ਕਰੀਏ। ਜਾਂ ਤੇ ਤਰਾਸ ਧਾਰ ਦਿਨ ਰਹਿਣ, ਪਰ ਔਰੰਗਜ਼ੇਬ ਦਾ ਸੁਭਾਅ ਬੜਾ ਚੰਦਰਾ ਹੈ, ਉਹ ਬੜਾ ਜ਼ਾਲਮ ਹੈ, ਕੋਈ ਦਾ ਪੇਜ ਖੇਡ ਕੇ ਮੈਨੂੰ ਹਰਾ ਦੇਵੇਗਾ। ਦਾਰਾ ਸ਼ਿਕੋਹ ਨੂੰ ਨਾ ਦਿਨੇ ਚੈਨ ਆਉਂਦਾ ਨਾ ਰਾਤੀ, ਡਰ ਹੀ ਲੱਗਦਾ ਰਹਿੰਦਾ ਹੈ ਜੇ ਔਰੰਗਜ਼ੇਬ ਦਿੱਲੀ ਪਹੁੰਚ ਗਿਆ ਮੇਰਾ ਕੀ ਬਣੇਗਾ। ਵਿਚਾਰਾ ਸਿੱਧੇ ਜਿਹੇ ਖਿਆਲਾਂ ਦਾ ਬੰਦਾ ਸੀ ਦਾਰਾ ਸ਼ਿਕੋਹ। ਜਿਹੜਾ ਬੰਦਾ ਧਾਰਮਿਕ ਜਿਹੇ ਖਿਆਲਾਂ ਦਾ ਹੁੰਦਾ ਹੈ, ਜਿਹੜਾ ਬੰਦਾ ਨੇਕ ਚਾਲ ਚੱਲਣ ਵਾਲਾ ਹੁੰਦਾ ਹੈ, ਸੱਚ ਸੁੱਚ ਤੇ ਪਹਿਰਾ ਦਿੰਦਾ ਹੈ, ਉਹ ਬੰਦਾ ਵਲ ਛਲ ਕਪਟ ਧੋਖਾ ਬੇਈਮਾਨੀ ਨਹੀਂ ਜਾਣਦਾ। ਉਸ ਬੰਦੇ ਨੂੰ ਛਲ ਕਪਟੀ ਬੰਦਿਆਂ ਤੋਂ ਡਰ ਹੀ ਲੱਗਦਾ ਰਹਿੰਦਾ ਵੀ ਇਹਨਾਂ ਬੰਦਿਆਂ ਨਾਲ ਹੁਣ ਮੈਂ ਕਿਵੇਂ ਪੂਰਾ ਪਾਵਾਂਗਾ। ਦਾਰਾ ਸ਼ਿਕੋਹ ਇੰਨੀ ਰਾਜਨੀਤੀ ਦੀਆਂ ਕੂਟ ਚਾਲਾਂ ਨਹੀਂ ਸੀ ਜਾਣਦਾ, ਇਸ ਕਰਕੇ ਔਰੰਗਜ਼ੇਬ ਤੋਂ ਡਰਦਾ ਰਹਿੰਦਾ ਹੈ। ਸ਼ੀਕਰ ਬਾਹਨੀ ਕਰ ਸਮੁਦਾਈ, ਤੇ ਜਿੰਨੀ ਕੁ ਫੌਜ ਇਕੱਠੀ ਕਰ ਸਕਦਾ ਸੀ ਉਹਨੇ ਦਿੱਲੀ ਦੇ ਵਿੱਚ ਇਕੱਠੀ ਕੀਤੀ ਹੈ। ਦਿੱਲੀ ਕਹੋ ਜਾਏ ਵੱਡ ਭਾਈ, ਤੇ ਉਧਰੋਂ ਬੜੀ ਭਾਰੀ ਫੌਜ ਲੈ ਕੇ ਆਗਰੇ ਤੋਂ ਔਰੰਗਜ਼ੇਬ ਤੁਰ ਪਿਆ ਹੈ। ਦਿੱਲੀ ਜਾਣ ਲੱਗਿਆ 2-3 ਦਿਨ ਲੱਗਣੇ ਆ, ਕਿਉਂਕਿ ਦਿੱਲੀ 200 ਕਿਲੋਮੀਟਰ ਹੈ ਆਗਰੇ ਤੋਂ। ਫੌਜ ਤੁਰਦੀ ਹੈ ਹੌਲੇ ਹੌਲੇ, 1-2 ਪੜਾਅ ਕਰਕੇ ਇਹਨਾਂ ਨੇ ਦਿੱਲੀ ਪਹੁੰਚ ਜਾਣਾ ਹੈ। ਦਾਰਾ ਸ਼ਿਕੋਹ ਸੁਨਿਓ ਕਰ ਤਰਾਸਾ, ਜਦੋਂ ਦਾਰਾ ਸ਼ਿਕੋਹ ਨੂੰ ਪਤਾ ਲੱਗਾ ਵੀ ਆਗਰੇ ਤੋਂ ਔਰੰਗਜ਼ੇਬ ਤੁਰ ਪਿਆ ਹੈ ਫੌਜਾਂ ਲੈ ਕੇ, ਮੇਰੇ ਵੱਲ ਹੀ ਆ ਰਿਹਾ ਹੈ, ਆਉਂਦਿਆਂ ਮੈਨੂੰ ਫੜੇਗਾ ਤੇ ਮਾਰੇਗਾ, ਦਾਰਾ ਸ਼ਿਕੋਹ ਡਰ ਕੇ ਜਿਹ ਉਮਰਾਵਨ ਨਹਿ ਪਰਵਾਸਾ, ਉਹਨੂੰ ਆਪਣੇ ਅਫਸਰਾਂ ਤੇ ਵੀ ਭਰੋਸਾ ਨਹੀਂ ਸੀ ਰਿਹਾ। ਉਸ ਦਾਰਾ ਸ਼ਿਕੋਹ ਦਾ ਦਿਲ ਇੰਨਾ ਡਰ ਗਿਆ ਸੀ, ਵਿਚਾਰਾ ਇੰਨਾ ਸਿੱਧੇ ਸੁਭਾਅ ਦਾ ਬੰਦਾ ਸੀ ਵੀ ਆਪਣੇ ਅਫਸਰਾਂ ਉੱਤੇ ਜਿਹੜੇ ਨਾਲ ਰਹਿੰਦੇ ਸਨ ਉਹਨਾਂ ਤੇ ਵੀ ਵਿਸ਼ਵਾਸ ਨਹੀਂ ਸੀ ਰਿਹਾ, ਕਿਤੇ ਇਹ ਵੀ ਔਰੰਗਜ਼ੇਬ ਨਾਲ ਨਾ ਮਿਲੇ ਹੋਣ। ਕਿਉਂਕਿ ਚੰਬਲ ਦੀ ਘਾਟੀ ਵਿੱਚ ਬਹੁਤ ਸਾਰੇ ਅਫਸਰਾਂ ਨੇ ਧੋਖਾ ਦਿੱਤਾ ਸੀਗਾ। ਚੰਬਲ ਦੀ ਘਾਟੀ 'ਚ ਬਹੁਤ ਸਾਰੇ ਜਨਰਲ ਕਰਨਲ ਫੌਜੀ ਜਿਹੜੇ ਹਨ ਅੰਦਰੋਂ ਔਰੰਗਜ਼ੇਬ ਨਾਲ ਰਲੇ ਹੋਏ ਸਨ, ਇਸੇ ਕਰਕੇ ਔਰੰਗਜ਼ੇਬ ਉੱਥੇ ਜਿੱਤ ਗਿਆ ਸੀ।
ਤੇ ਉਹੀ ਬੰਦੇ ਇੱਥੇ ਦਿੱਲੀ ਵਿੱਚ ਮੈਨੂੰ ਨਾ ਮਰਵਾ ਦੇਣ। ਉਹਨੂੰ ਆਪਣੇ ਅਫਸਰਾਂ ਉੱਤੇ ਵਿਸ਼ਵਾਸ ਨਹੀਂ ਸੀ ਆਉਂਦਾ। ਨਹੀਂ ਕਹਾਏ ਦੇਹ ਮਿਲ ਸਾਰੇ, ਕਿਤੇ ਮੈਨੂੰ ਮਿਲ ਕੇ ਫੜਾ ਨਾ ਦੇਣ। ਔਰੰਗਜ਼ੇਬ ਦੇ ਕਾਬੂ ਆ ਗਿਆ ਤੇ ਮੇਰਾ ਬਹੁਤ ਬੁਰਾ ਹਾਲ ਕਰੇਗਾ। ਔਰੰਗਜ਼ੇਬ ਮੈਨੂੰ ਤਸੀਹੇ ਦੇ ਦੇ ਕੇ ਮਾਰੇਗਾ। ਔਰੰਗਜ਼ੇਬ ਬੜਾ ਜ਼ਾਲਮ ਬੰਦਾ ਹੈ। ਇਸ ਗੱਲ ਤੋਂ ਦਾਰਾ ਸ਼ਿਕੋ ਡਰਦਾ ਸੀ। ਜਾਂ ਤੇ ਨਿਕਸ ਚੱਲਿਓ ਡਰ ਧਾਰੇ। ਅਖੀਰ ਉਹਨੇ ਸੋਚਿਆ ਵੀ ਇੱਥੋਂ ਜਾਣਾ ਹੀ ਠੀਕ ਹੈ। ਬਹੁਤੀ ਦੇਰ ਕਰਨੀ ਜਾਨ ਤੋਂ ਹੱਥ ਧੋਣ ਵਾਲੀ ਗੱਲ ਹੋਵੇਗੀ। ਸੋ ਦਾਰਾ ਸ਼ਿਕੋ ਵਿਚਾਰਾ ਦਿੱਲੀ ਤੋਂ ਵੀ ਦੌੜ ਗਿਆ। ਬ੍ਰਿੰਦ ਜਵਾਹਰ ਜ਼ਾਹਰ ਜੋਤ, ਉਹਨੇ ਜਿੰਨਾ ਖਜ਼ਾਨਾ ਚੁੱਕ ਸਕਦਾ ਸੀ, ਹੀਰੇ ਮੋਤੀ ਜਵਾਹਰਾਤ, ਦਿੱਲੀ ਦਾ ਖਜ਼ਾਨਾ ਬਹੁਤ ਵੱਡਾ ਹੈ, ਉਸ ਖਜ਼ਾਨੇ ਵਿੱਚੋਂ ਹੀਰੇ ਮੋਤੀ ਮਹਿੰਗਾ ਸਮਾਨ ਸਾਰਾ ਚੁੱਕ ਲਿਆ। ਚੌਹਦਿਸ਼ ਮੈਂ ਪ੍ਰਕਾਸ਼ ਜਿਨ ਹੋਤ, ਇਹੋ ਜਿਹੇ ਕੀਮਤੀ ਮੋਤੀ ਸਨ, ਇਹੋ ਜਿਹੇ ਕੀਮਤੀ ਹੀਰੇ ਰਤਨ ਸਨ ਜਿਨ੍ਹਾਂ ਦਾ ਮੁੱਲ ਪਾਣਾ ਹੀ ਮੁਸ਼ਕਲ ਹੈ। ਸਰਬ ਨਿਕਾਸ ਸੰਗ ਲੈ ਚਲਿਓ, ਉਹ ਸਾਰਾ ਹੀਰੇ ਮੋਤੀ ਸੋਨੇ ਚਾਂਦੀ ਦਾ ਖਜ਼ਾਨਾ ਲੱਦ ਕੇ ਤੇ ਦਾਰਾ ਸ਼ਿਕੋ ਦਿੱਲੀ ਤੋਂ ਦੌੜਿਆ ਹੈ। 5000 ਸਪਾਟ ਗਨ ਮਿਲਿਓ, 5000 ਫੌਜ ਨੂੰ ਮਿਲੀ ਹੈ। ਕੁੱਲ 5000 ਫੌਜ ਇਕੱਠੀ ਕੀਤੀ ਹੈ ਦਿੱਲੀ ਤੋਂ। ਕਿਤੇ ਸਾਧ ਸੰਗਤ ਜੀ 22 ਲੱਖ ਫੌਜਾਂ ਦਾ ਮਾਲਕ ਸੀ ਤੇ ਪਾਸਾ ਪਲਟ ਗਿਆ। ਸਭ ਕੁਝ ਔਰੰਗਜ਼ੇਬ ਨੇ ਖੋਹ ਲਿਆ। ਹੁਣ ਦਾਰਾ ਸ਼ਿਕੋ ਨੂੰ ਤਰਲੇ ਕਰਕੇ ਇਧਰੋਂ ਉਧਰੋਂ ਰਲ ਮਿਲ ਕੇ 5000 ਸਿਪਾਹੀ ਹੀ ਇਕੱਠੇ ਹੋ ਸਕੇ ਹਨ। ਕਰੇ ਕੂਚ ਗੰਗਾ ਦਸ਼ ਗਇਆ, ਹੁਣ ਕਿੱਧਰ ਜਾਵਾਂ, ਕੋਈ ਸੁਝਦਾ ਕੋਈ ਨਹੀਂ। ਦਿੱਲੀ ਤੋਂ ਕੂਚ ਕਰਕੇ ਇਹ ਗੰਗਾ ਵਾਲੇ ਪਾਸੇ ਨੂੰ, ਹਰਿਦੁਆਰ, ਰਿਸ਼ੀਕੇਸ਼ ਇਸ ਪਾਸੇ ਨੂੰ ਦੌੜਿਆ। ਤਹਾਂ ਜਾਏ ਕੁਛ ਠਹਿਰਤ ਭਇਓ, ਕੁਝ ਸਮਾਂ ਇਹ ਉੱਥੇ ਪਹਾੜਾਂ ਦੇ ਵਿੱਚ ਠਹਿਰਿਆ ਹੈ। ਕਿਰਨ ਵਿਖੇ ਸ਼੍ਰੀ ਨਗਰ ਸਪੁਰ ਹੈ। ਸ੍ਰੀ ਹੇਮਕੁੰਟ ਸਾਹਿਬ ਨੂੰ ਜਦੋਂ ਆਪਾਂ ਜਾਈਦਾ ਨਾ ਰਿਸ਼ੀਕੇਸ਼ ਤੋਂ, ਤਾਂ ਰਸਤੇ ਵਿੱਚ ਇੱਕ ਸ਼ਹਿਰ ਆਉਂਦਾ ਸ੍ਰੀਨਗਰ। ਸ੍ਰੀਨਗਰ ਦੋ ਹਨ, ਇੱਕ ਸ੍ਰੀਨਗਰ ਜੰਮੂ ਕਸ਼ਮੀਰ ਵਿੱਚ ਹੈ ਤੇ ਇੱਕ ਸ੍ਰੀਨਗਰ ਇਹ ਸਾਧ ਸੰਗਤ ਜੀ ਪਾਉਂਟਾ ਸਾਹਿਬ ਦੇ ਤੋਂ ਜਿਹੜਾ ਰਾਜ ਪੈਂਦਾ ਨਾ, ਗੜਵਾਲ, ਟੀਰੀ ਗੜਵਾਲ ਦੀ ਰਾਜਧਾਨੀ ਸ੍ਰੀਨਗਰ ਹੈ, ਜਿੱਥੇ ਮਹਾਰਾਜ 10ਵੇਂ ਪਾਤਸ਼ਾਹ ਨੇ ਪਾਉਂਟਾ ਸਾਹਿਬ ਵਸਾਇਆ। ਇਹ ਗੜਵਾਲ ਦੀ ਤੇ ਸਾਰਮੂਰ ਨਾਹਣ ਦੋ ਰਿਆਸਤਾਂ ਦੀ ਹੱਦ ਹੈ। ਇੱਕ ਪਾਸੇ ਟੀਰੀ ਗੜਵਾਲ ਦਾ ਰਾਜ ਹੈ, ਇੱਕ ਪਾਸੇ ਨਾਹਣ ਦੇ ਰਾਜੇ ਦਾ ਰਾਜ ਹੈ। ਸੋ ਉਹ ਜਿਹੜਾ ਗੜਵਾਲ ਦਾ ਇਲਾਕਾ ਹੈ, ਟੀਰੀ ਦਾ ਇਲਾਕਾ ਹੈ, ਉਧਰ ਇੱਕ ਸ਼ਹਿਰ ਹੈ ਸ੍ਰੀਨਗਰ। ਉਸ ਸ੍ਰੀਨਗਰ ਦੇ ਇਲਾਕੇ 'ਚ ਦਾਰਾ ਸ਼ਿਕੋ ਪਹੁੰਚ ਗਿਆ। ਤਹ ਪਹੁੰਚਣ ਕੋ ਇੱਛਾ ਧਰ ਕੇ, ਇਹ ਸੋਚ ਕੇ ਵੀ ਪਹਾੜਾਂ ਵਿੱਚ ਚੱਲਦੇ ਹਾਂ, ਉੱਥੇ ਕੁਝ ਸਮਾਂ ਗੁਜ਼ਾਰਾ ਕਰੀਏ, ਨਹੀਂ ਤਾਂ ਔਰੰਗਜ਼ੇਬ ਇੱਥੇ ਮਰਵਾ ਦੇਵੇਗਾ ਧਰਤੀ ਤੇ ਮੈਦਾਨ ਵਿੱਚ। ਸੋ ਪਹਾੜਾਂ 'ਚ ਲੁਕਣ ਲਈ ਸਾਈਡ ਤੇ ਚਲਾ ਗਿਆ, ਪਹਾੜਾਂ ਵਿੱਚ ਚਲਾ ਗਿਆ। ਲੈ ਸੈਨਾ ਤਹ ਜਾਏ ਪਹੁੰਚੇ, ਆਪਣੀ ਫੌਜ ਲੈ ਕੇ 5000 ਬੰਦਾ ਨਾਲ ਲੈ ਕੇ ਦਾਰਾ ਸ਼ਿਕੋ ਪਹਾੜ ਦੀਆਂ ਚੜਾਈਆਂ ਚੜੀ ਗਿਆ। ਦੁਰਗ ਚ ਗਿਰਦੇ ਗਿਰ ਗਨ ਉੱਚੇ, ਉਹ ਬੜੇ ਬੜੇ ਉੱਚੇ ਪਹਾੜ ਹਨ। ਸਾਧ ਸੰਗਤ ਜੀ ਰਿਸ਼ੀਕੇਸ਼ ਤੋਂ ਸ਼ੁਰੂ ਹੁੰਦੇ ਹਨ, ਹੇਮਕੁੰਟ ਸਾਹਿਬ ਤੱਕ, ਗੰਗੋਤਰੀ ਤੱਕ ਬਹੁਤ ਵੱਡੇ ਪਹਾੜ ਹਨ। ਉਹਨਾਂ ਪਹਾੜਾਂ ਦੀ ਚੜ੍ਹਾਈ ਚੜ੍ਹ ਕੇ ਕਿਤਕ ਕਾਲ ਤਹ ਕਰਕੇ ਬਾਸ, ਕੁਝ ਸਮਾਂ ਉੱਥੇ ਸ੍ਰੀਨਗਰ ਦੇ ਰਾਜੇ ਕੋਲ ਰਿਹਾ ਹੈ। ਸੁਖ ਸਾ ਰਹਿਓ ਸ਼ੋਰ ਔਰ ਤਰਾਸ, ਉੱਥੇ ਮਨ 'ਚ ਡਰ ਹੀ ਬਣਿਆ ਰਿਹਾ ਵੀ ਪਤਾ ਨਹੀਂ ਹੁਣ ਕੀ ਬਣਨਾ ਜ਼ਿੰਦਗੀ ਦਾ। ਔਰੰਗਜ਼ੇਬ ਨੇ ਮੇਰੇ ਨਾਲ ਪਤਾ ਨਹੀਂ ਕੀ ਸਲੂਕ ਕਰਨਾ ਹੈ, ਮੈਂ ਜੀਣਾ ਵੀ ਹੈ ਜਾਂ ਮਰਨਾ ਹੈ, ਇਹ ਕੋਈ ਪਤਾ ਨਹੀਂ। ਰਾਜਨੀਤੀ ਬੜੀ ਚੰਦਰੀ ਚੀਜ਼ ਹੈ ਸਾਧ ਸੰਗਤ ਜੀ। ਜਿਹਦਾ ਪਾਸਾ ਭਾਰੀ ਹੋਵੇ, ਪਲੜਾ ਭਾਰੀ ਹੋਵੇ, ਉਹ ਤਾਂ ਲੋਕਾਂ ਨੂੰ ਦਬਾ ਲੈਂਦਾ, ਤੇ ਜਦੋਂ ਪਾਸਾ ਪੁੱਠਾ ਪੈ ਜਾਂਦਾ ਫਿਰ ਔਖਾ ਹੋ ਜਾਂਦਾ। ਸੋ ਬਾਜੀ ਪੁੱਠੀ ਪੈ ਗਈ ਦਾਰਾ ਸ਼ਿਕੋ ਵਾਸਤੇ ਤੇ ਸਾਰਾ ਕੁਝ ਖਤਮ ਹੋ ਗਿਆ। ਹੁਣ 5000 ਸਿਪਾਹੀ ਹਨ ਤੇ ਦਿੱਲੀ ਦਾ ਕੀਮਤੀ ਖਜ਼ਾਨਾ ਇਹਦੇ ਕੋਲ ਜ਼ਰੂਰ ਹੈ। ਉਹਦੇ ਨਾਲ ਫੌਜ ਵੀ ਭਰਤੀ ਕੀਤੀ ਜਾ ਸਕਦੀ ਹੈ, ਫੌਜ ਨੂੰ ਤਨਖਾਹਾਂ ਦਿੱਤੀਆਂ ਜਾ ਸਕਦੀਆਂ ਨੇ, ਖਰਚੇ ਪਾਣੀ ਚਲਾਏ ਜਾ ਸਕਦੇ ਨੇ। ਇਸ ਕਰਕੇ ਉਹ ਖਜ਼ਾਨਾ ਦਿੱਲੀੋਂ ਚੁੱਕ ਲਿਆਇਆ ਸੀ ਨਾਲ। ਪਹਾੜਾਂ ਦੇ ਵਿੱਚ ਦਿਨ ਕੱਟੀ ਕਰ ਰਿਹਾ ਹੈ। ਸ਼੍ਰੀਨਗਰੇਸ਼ਵਰ ਤਵੈ ਵਿਚਾਰਾ, ਜਦੋਂ ਉੱਥੇ ਰਹਿੰਦਿਆਂ ਨੂੰ 2-2.5 ਮਹੀਨੇ ਬੀਤ ਗਏ।
श्रीनगर ਦੇ ਰਾਜੇ ਨੇ ਸੋਚਿਆ बराबाद है देश हमारा। ਕਿ ਮੇਰਾ ਦੇਸ਼ ਤਾਂ ਬਰਬਾਦ ਹੋ ਜਾਏਗਾ। ਇਹ 5000 ਬੰਦੇ ਨੂੰ ਫਰੀ ਦੀ ਰੋਟੀ ਕਿੱਥੋਂ ਖਵਾਵਾਂਗੇ? ਪਹਾੜ ਦੇ ਵਿੱਚ ਇੰਨੀਆਂ ਫਸਲਾਂ ਵੀ ਨਹੀਂ ਹੁੰਦੀਆਂ। ਪਹਾੜ ਦੇ ਵਿੱਚ ਸਾਧ ਸੰਗਤ ਜੀ ਉੱਧਰ ਕਦੀ ਹੇਮਕੁੰਟ ਸਾਹਿਬ ਵੱਲ ਜਾਓ, ਛੋਟੀਆਂ ਛੋਟੀਆਂ ਕਿਆਰੀਆਂ ਜੀ ਪਹਾੜਾਂ 'ਚ ਬਣਾਈਆਂ ਹੁੰਦੀਆਂ ਨੇ। ਦੂਰੋਂ ਇੰਝ ਲੱਗਦਾ ਜਿਵੇਂ ਪਹਾੜ 'ਤੇ ਪੌੜੀਆਂ ਬਣੀਆਂ ਹੁੰਦੀਆਂ, ਅਤੇ ਉਹ ਛੋਟੀ ਛੋਟੀਆਂ ਕਿਆਰੀਆਂ ਦੇ ਵਿੱਚ ਛੋਟੇ ਛੋਟੇ ਉਹਦੇ ਬਲਦ ਵੀ ਛੋਟੇ ਛੋਟੇ ਹੁੰਦੇ ਆ। ਜਿਵੇਂ ਆਪਣੇ ਇੱਥੇ ਬੱਚੇ ਹੁੰਦੇ ਆ ਨਾ ਜੰਮਦੇ ਗਾਂ ਦੇ, ਐਡੇ ਕੁ ਬਲਦ ਹੁੰਦੇ ਉੱਥੇ ਪਹਾੜੀ ਛੋਟੇ ਛੋਟੇ। ਉਹਨਾਂ ਦੇ ਨਾਲ ਹੀ ਹਲ ਵਾਹੁੰਦੇ ਆ, ਉਹਨਾਂ ਨਾਲ ਹੀ ਸੁਹਾਗਾ ਫੇਰਦੇ ਆ। ਉਹਦੇ 'ਚ ਮਾੜੀ ਮੋਟੀ ਮੱਕੀ ਮੁੱਕੀ ਚੌਲ ਚੂਲ ਇੱਦਾਂ ਪੈਦਾ ਕਰਦੇ ਆ। ਅਤੇ ਉਹਨਾਂ ਪਹਾੜੀਆਂ ਦਾ ਆਪਣਾ ਹੀ ਗੁਜ਼ਾਰਾ ਮਸੀਂ ਹੁੰਦਾ। ਜੇ ਉਹਨਾਂ ਕੋਲ ਕਹੀਏ ਵੀ ਉਹ ਫਸਲ ਥੱਲੇ ਵਾਲੇ ਲੋਕਾਂ ਵਾਸਤੇ ਭੇਜ ਦੇਣ, ਇੰਨੀ ਫਸਲ ਹੁੰਦੀ ਕੋਈ ਨਹੀਂ। ਉੱਥੋਂ ਦੇ ਰਾਜੇ ਨੇ ਸੋਚਿਆ ਵੀ 5000 ਬੰਦਾ ਇਹ ਲੈ ਕੇ ਆ ਗਿਆ, ਕਿੰਨਾ ਚਿਰ ਅਸੀਂ ਖਵਾਵਾਂਗੇ ਇਹਨਾਂ ਨੂੰ। ਹਾਂਜੀ, ਤਿਰਖੀ ਉਜਾੜਾ ਹੈ ਫਿਰ ਕਰ ਸਾਰੇ। ਇਹ ਸਾਡੀਆਂ ਫਸਲਾਂ ਉਜਾੜਦੇ ਫਿਰਦੇ ਆ। ਘੋੜਿਆਂ ਨੇ ਵੀ ਖਾਣਾ ਹੁੰਦਾ ਨਾ, ਪੈਦਲ ਤਾਂ ਹਨ 5000 ਬੰਦਾ ਤਾਂ ਹੈ ਹੀ ਸੀਗਾ। 5000 ਦੇ ਨਾਲ ਘੋੜੇ ਵੀ ਸੀਗੇ, ਊਂਠ ਵੀ ਸੀ। ਬੜਾ ਔਖਾ ਪਹਾੜਾਂ ਵਿੱਚ ਰਹਿਣਾ। ਪਹਿਲਾਂ ਇੰਨੀ ਥਾਂ ਹੀ ਨਹੀਂ ਮਿਲਦੀ, ਪਹਾੜੀਆਂ ਇੰਨੀਆਂ ਉੱਚੀਆਂ ਉੱਚੀਆਂ ਵੀ ਘੋੜੇ ਬੰਨ੍ਹਣ ਵਾਸਤੇ ਥਾਂ ਦਾ ਬੰਦੋਬਸਤ ਕਰਨਾ। ਫਿਰ ਜਿੱਥੇ ਇੱਥੇ ਘੋੜੇ ਵੱਜਣਗੇ, ਉੱਥੋਂ ਖੇਤਾਂ 'ਚ ਜੋ ਵੀ ਮਾੜਾ ਮੋਟਾ ਫਸਲ ਹੋਏਗੀ ਉਹਨੂੰ ਉਹ ਖਾ ਜਾਣਗੇ। ਇਸ ਤਰ੍ਹਾਂ ਸਾਡਾ ਤਾਂ ਇਲਾਕਾ ਹੀ ਉੱਜੜ ਜਾਏਗਾ। ਫਤਿਹ ਸ਼ਾਹ ਜਾਂ ਉਹਦਾ ਪਿਓ ਇਹ ਉਸ ਵੇਲੇ ਰਾਜ ਕਰਦੇ ਸਨ। 10ਵੇਂ ਪਾਤਸ਼ਾਹ ਦੇ ਸਮੇਂ ਉੱਥੋਂ ਦਾ ਰਾਜਾ ਫਤਿਹ ਸ਼ਾਹ ਹੋਇਆ, ਕਿਉਂਕਿ 10ਵੇਂ ਪਾਤਸ਼ਾਹ ਜੀ ਨਾਲੋਂ ਲਗਭਗ 30 ਸਾਲ ਇਹ ਪਹਿਲਾ ਵਾਕਿਆ ਹੈ। ਸੋ ਉਹ ਰਾਜਾ ਜਿਹੜਾ ਸ੍ਰੀਨਗਰ ਦਾ ਗੜਵਾਲ ਦਾ ਸੀ, ਉਹ ਬੜਾ ਚਿੰਤਤ ਹੋਇਆ ਹੈ। ਉਜਰ ਜਾਹਿਦਨ ਕਿਤਕ ਮਝਾਰੇ। ਜੇ ਦਾਰਾ ਸ਼ਿਕੋ ਮੇਰੇ ਇਲਾਕੇ 'ਚ ਬੈਠਾ ਰਿਹਾ ਤਾਂ ਮੇਰਾ ਪਹਾੜ ਦਾ ਇਹ ਟੀਰੀ ਤੇ ਗੜਵਾਲ ਦਾ ਇਲਾਕਾ ਉਜਾੜ ਹੋ ਜਾਵੇਗਾ। 5000 ਤੋਂ ਰੰਗਮ ਭਰਿਆ। 5000 ਘੋੜਾ ਬਿਨਾਂ ਮਤਲਬ ਦੇ ਸਾਡੇ ਇਲਾਕੇ 'ਚ ਬੈਠੇ ਆ ਕੇ। ਇੱਕ ਦਿਨ 2 ਦਿਨ ਤਾਂ ਚਲੋ ਔਖਾ ਸੌਖਾ ਗੁਜ਼ਾਰਾ ਕਰ ਲਈਦਾ, ਪਰ 2-3 ਮਹੀਨੇ ਕੌਣ ਖਵਾਵੇ? ਇੰਨਾ ਪੱਠਾ ਕਿੱਥੋਂ ਲਿਆਈਏ ਪਹਾੜ ਵਿੱਚੋਂ? ਇੰਨਾ ਖਾਣ ਪੀਣ ਦਾ ਸਮਾਨ ਕਿੱਥੋਂ ਪ੍ਰਗਟ ਕਰੀਏ? ਗੱਜ ਸਮੁਦਾਇ ਸੋ ਆਨ ਉਤਰਿਓ। ਸੋ ਸਾਧ ਸੰਗਤ ਜੀ, ਟੀਰੀ ਗੜਵਾਲ ਦਾ ਰਾਜਾ, ਸ੍ਰੀਨਗਰ ਦਾ ਰਾਜਾ ਸੋਚਾਂ 'ਚ ਪੈ ਗਿਆ ਵੀ ਦਾਰਾ ਸ਼ਿਕੋ ਹਾਥੀ ਘੋੜੇ ਲੈ ਕੇ ਇੰਨੀਆਂ ਫੌਜਾਂ 5000 ਬੰਦੇ ਲੈ ਕੇ ਮੇਰੇ ਘਰ ਬੈਠਾ ਹੈ, ਮੈਂ ਇਹਦੀ ਕਿੰਨਾ ਕੁ ਚਿਰ ਸੇਵਾ ਕਰਾਂਗਾ? ਪ੍ਰਜਾ ਭਈ ਸਭ ਰੀਤ ਦੁਖਾਰੀ। ਤੇ ਪਹਾੜ ਦੇ ਲੋਕ ਦੁਖੀ ਹੋ ਗਏ, ਪ੍ਰਜਾ ਦੁਖੀ ਹੋ ਗਈ। ਵਿਚਾਰੇ ਹੈ ਹੀ ਗਰੀਬ ਜੇ ਬੰਦੇ। ਪਹਾੜਾਂ ਵਿੱਚ ਮਾੜਾ ਮੋਟਾ ਫਲ ਫਰੂਟ ਹੁੰਦਾ ਹੈ ਜਾਂ ਦਾਲਾਂ ਸਬਜ਼ੀਆਂ ਮਾੜੀ ਮੋਟੀਆਂ ਘਰ ਖਾਣ ਨੂੰ ਹੁੰਦੀਆਂ ਨੇ, ਅਤੇ ਉਹ ਇੰਨੀ ਫੌਜ ਨੂੰ ਕਿੱਥੋਂ ਖਾਣ ਨੂੰ ਦੇਣਗੇ? ਹਾਂਜੀ, ਕੇਤਕ ਹੋਏ ਗ੍ਰਾਮ ਉਜਾਰੀ। ਕਈ ਪਿੰਡ ਜਿਹੜੇ ਪਹਾੜ ਦੇ ਉਜੜ ਗਏ। ਵੈਸੇ ਵੀ ਪਹਾੜਾਂ ਦੇ ਪਿੰਡ ਛੋਟੇ ਛੋਟੇ ਹੁੰਦੇ ਆ। ਉਹ ਕਈ ਵਾਰੀ ਤਾਂ ਸਾਡੇ ਵਰਗੇ ਨਵੇਂ ਬੰਦੇ ਨੂੰ ਤਾਂ ਦਿਸਦੇ ਹੀ ਕੋਈ ਨਹੀਂ। ਕਹਿੰਦੇ ਆ ਸਾਡਾ ਪਿੰਡ ਹੈ। ਪਹਾੜ ਹੁੰਦਾ ਸਿੱਧਾ ਉੱਪਰ, ਉਹ ਪਹਾੜ ਦੇ ਕਿਸੇ ਕੋਨੇ 'ਤੇ ਮਾੜਾ ਮੋਟਾ ਘਰ ਬਣਾਇਆ ਹੁੰਦਾ। ਉੱਥੋਂ ਪੱਗ ਡੰਡੀਆਂ ਹੁੰਦੀਆਂ ਨੇ, ਕੱਚੇ ਰਸਤੇ ਹੁੰਦੇ ਨੇ। 2-4 ਘਰ ਹੋਣ ਤੇ ਉਹਨੂੰ ਪਿੰਡ ਕਹਿ ਦਿੰਦੇ। ਅਤੇ ਉਹ ਪਹਾੜ ਦੇ ਪਿੰਡ ਉਜੜਨ ਲੱਗ ਪਏ ਹਨ। ਰਾਜਾ ਸ੍ਰੀਨਗਰ ਗੜਵਾਲ ਦਾ ਇਹ ਗੱਲ ਸੋਚਦਾ ਹੈ। ਵਿਚਾਰ ਕੇ ਪਤ ਨੇ ਕਹਿਓ। ਇਸ ਤਰ੍ਹਾਂ ਰਾਜੇ ਨੇ ਵਿਚਾਰ ਕਰਕੇ ਫਿਰ ਇਹਨੂੰ ਸਾਫ਼ ਜਵਾਬ ਦਿੱਤਾ ਹੈ। ਦਾਰਾ ਸ਼ਿਕੋ ਹਸਨਿਓ ਮਨ ਲਹਿਓ। ਦਾਰਾ ਸ਼ਿਕੋ ਨੇ ਗੱਲ ਸੁਣੀ, ਉੱਤੇ ਵਿਚਾਰ ਵੀ ਕੀਤੀ ਵੀ ਠੀਕ ਕਹਿੰਦਾ ਵਿਚਾਰਾ। ਇਹ ਪਹਾੜੀ ਲੋਕ ਨੇ, ਕਿੰਨਾ ਚਿਰ ਮੇਰੀ ਸੇਵਾ ਕਰਨਗੇ? ਕਿੰਨਾ ਚਿਰ ਮੈਂ ਇੱਥੇ ਬੈਠਾ ਰਵਾਂਗਾ? ਇਸ ਥਾਨ ਗੁਜ਼ਾਰਾ। ਇੱਥੇ 5000 ਘੋੜਿਆਂ ਦਾ ਫੌਜਾਂ ਦਾ ਗੁਜ਼ਾਰਾ ਕਿੱਥੇ ਹੋ ਸਕਦਾ? ਇਹ ਤਾਂ ਪਹਾੜੀ ਲੋਕ ਨੇ ਮਾੜੇ ਮੋਟੇ ਪਸ਼ੂ ਰੱਖੇ ਹੋਏ, ਅਤੇ ਮਾੜਾ ਮੋਟਾ ਆਪਣਾ ਕੋਈ ਮੱਕੀ ਬੀਜ ਲੈਂਦੇ, ਕੋਈ ਬਾਜਰਾ ਬੀਜ ਲੈਂਦੇ, ਕੋਈ ਮਾੜੀ ਮੋਟੀ ਝੋਨਾ ਬੀਜ ਲੈਂਦੇ, ਕਣਕ ਬੀਜ ਲੈਂਦੇ, ਉਹਦੇ ਨਾਲ ਆਪਣਾ ਗੁਜ਼ਾਰਾ ਕਰਦੇ ਆ। ਛੋਟੇ ਛੋਟੇ ਕਿਆਰੇ ਪਹਾੜਾਂ ਦੇ ਵਿੱਚ ਹਨ।
ਇਹ ਸਾਨੂੰ ਕਿੱਥੇ ਦੇਣਗੇ ਖਾਣ ਵਾਸਤੇ, ਗੁਜ਼ਾਰਾ ਹੋਣਾ ਮੁਸ਼ਕਲ ਹੈ। ਉਤਰਨ ਚਾਹਿਓ ਦੇਸ਼ ਮਝਾਰਾ, ਇਸ ਦੇਸ਼ ਵਿੱਚ ਅਸੀਂ ਉਤਰਨਾ ਤਾਂ ਚਾਹੁੰਦੇ, ਰਹਿਣਾ ਤਾਂ ਚਾਹੁੰਦੇ ਆ, ਪਰ ਰਹਿ ਨਹੀਂ ਸਕਦੇ। ਸਿਵਰ ਗੁਜਤੇ ਕੀਸ ਪਿਆਨਾ, ਸੋ ਦਾਰਾ ਸ਼ਿਕੋਹ ਨੇ ਹੁਣ ਇੱਥੋਂ ਜਾਣਾ ਹੀ ਮੁਨਾਸਬ ਸਮਝਿਆ। ਸ੍ਰੀਨਗਰ ਗੜਵਾਲ ਤੋਂ ਦਾਰਾ ਸ਼ਿਕੋਹ ਨੇ ਪਿਆਨਾ ਕੀਤਾ ਹੈ ਸਨੇ ਸਨੇ ਚਲ ਮਗ ਗਿਰਥਾਨਾ, ਤੇ ਪਹਾੜੀ ਇਲਾਕੇ ਨੂੰ ਉੱਤੇ ਉੱਪਰ ਤੁਰਦਾ ਆਇਆ ਹੈ। ਪਹਾੜੀ ਰਸਤੇ ਜਿਹੜੇ ਹਨ ਸਾਧ ਸੰਗਤ ਜੀ ਵਿੱਚੋਂ ਦੀ, ਉਹਨਾਂ ਪਹਾੜੀ ਰਸਤਿਆਂ ਤੋਂ ਪਹਾੜੀ ਬੰਦਿਆਂ ਨੂੰ ਨਾਲ ਲੈ ਤੁਰਿਆ ਹੈ। ਕਿਤਕ ਦਿਵਸ ਮਹਿ ਚੱਲ ਕਰ ਆਵਾ, ਕੁਝ ਦਿਨ ਲੱਗੇ ਹਨ, ਮਹੀਨਾ 15 ਦਿਨ ਹੋਰ ਤੁਰਦਾ ਤੁਰਦਾ ਸ਼੍ਰੀ ਕੀਰਤਪੁਰ ਜਹਾਂ ਸੁਹਾਵਾ, ਸ੍ਰੀ ਕੀਰਤਪੁਰ ਸਾਹਿਬ ਆ ਗਿਆ, ਜਿੱਥੇ ਮਹਾਰਾਜ ਧੰਨ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ 7ਵੇਂ ਪਾਤਸ਼ਾਹ ਜੀ ਬਿਰਾਜਮਾਨ ਹਨ। ਗੁਰੂ ਕੀ ਨਗਰੀ ਹੈ ਸ੍ਰੀ ਅਨੰਦਪੁਰ ਸਾਹਿਬ ਦੇ ਲਾਗੇ ਕੀਰਤਪੁਰ ਸਾਹਿਬ, ਉੱਥੇ ਸਾਧ ਸੰਗਤ ਜੀ ਇਹ ਪਹੁੰਚਿਆ ਹੈ। ਸ਼੍ਰੀ ਹਰਿ ਰਾਏ ਕੋ ਤੇਜ ਸਮਾਹੀ, ਜਿਸ ਨਗਰੀ 'ਚ ਕੀਰਤਪੁਰ ਸਾਹਿਬ ਵਿੱਚ ਸਤਿਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਬਿਰਾਜਮਾਨ ਹਨ। ਅਨੇਕ ਸੰਗਤਾਂ ਜਹ ਚਲ ਜਾਹੀ, ਜਿੱਥੇ ਬੇਅੰਤ ਸੰਗਤਾਂ ਦੇਸ਼ਾਂ ਤੋਂ ਪ੍ਰਦੇਸ਼ਾਂ ਤੋਂ ਦਰਸ਼ਨਾਂ ਲਈ ਆਉਂਦੀਆਂ ਨੇ, ਆ ਕੇ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਮੇਲੇ ਕਰਦੀਆਂ ਨੇ, ਮਨੋ ਕਾਮਨਾ ਪੂਰਨ ਹੋਏ, ਔਰ ਉੱਥੇ ਆ ਕੇ ਸਭ ਦੀ ਮਨੋਕਾਮਨਾ ਪੂਰਨ ਹੁੰਦੀ ਹੈ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਤੇਨਾ। ਸਰਬ ਪ੍ਰਾਣੀਆਂ ਦੀਆਂ ਸਾਰੀਆਂ ਇੱਛਾ ਸਤਿਗੁਰੂ ਪੂਰੀਆਂ ਕਰਦੇ ਹਨ। ਦਰਸ਼ਨ ਕਰਹਿ ਆਨ ਸਭ ਕੋਏ, ਹਰ ਕੋਈ ਵੱਡਾ ਛੋਟਾ ਗਰੀਬ ਅਮੀਰ ਆ ਕੇ ਮਹਾਰਾਜ ਦੇ ਦਰਸ਼ਨ ਕਰਦੇ ਨੇ। ਰਾਜੇ ਵੀ ਆਉਂਦੇ ਨੇ ਤੇ ਭਿਖਾਰੀ ਵੀ ਆਉਂਦੇ ਨੇ, ਸਭ ਤੁਧੈ ਪਾਸੋਂ ਮੰਗਦੇ ਨਿਤ ਕਰ ਅਰਦਾਸ। ਸਾਰੀਆਂ ਸੰਗਤਾਂ ਗੁਰੂ ਹਰਿਰਾਏ ਸਾਹਿਬ ਦੇ ਦਰਸ਼ਨ ਕਰਦੀਆਂ ਹਨ। ਕਨੀ ਭੀੜ ਨਿਤ ਪ੍ਰਤ ਤਹ ਹੋਗਾ, ਬਹੁਤ ਸੰਗਤਾਂ ਦੀ ਭੀੜ ਰੋਜ਼ ਹੀ, ਹਜ਼ਾਰਾਂ ਸੰਗਤਾਂ ਰੋਜ਼ ਹੀ ਆਉਂਦੀਆਂ ਰਹਿੰਦੀਆਂ, ਦਰਸ਼ਨ ਮੇਲੇ ਕਰਦੀਆਂ ਰਹਿੰਦੀਆਂ। ਕੀਰਤਪੁਰ ਸਾਹਿਬ ਦੀ ਧਰਤੀ ਇਹੋ ਜਿਹੀ ਭਾਗਾਂ ਵਾਲੀ ਹੈ, ਜਿੱਥੇ ਰੋਜ਼ ਹੀ ਜੋੜ ਮੇਲੇ ਲੱਗੇ ਰਹਿੰਦੇ ਹਨ ਸੰਗਤਾਂ ਦੇ। ਆਏ ਜਾਏ ਕਰ ਦਰਸ਼ਨ ਜੋਗਾ, ਕੋਈ ਹਜ਼ਾਰਾਂ ਸੰਗਤਾਂ ਆ ਰਹੀਆਂ ਨੇ, ਕੋਈ ਜਾ ਰਹੀਆਂ ਨੇ। ਦਰਸ਼ਨ ਦੀਦਾਰ ਮੇਲੇ ਹੁੰਦੇ ਨੇ। ਕੀਰਤਨ ਕਥਾ ਦੇ ਲੰਗਰਾਂ ਦੇ ਪ੍ਰਵਾਹ ਨਿਰੰਤਰ ਜਾਰੀ ਹਨ। ਅਨਕ ਆਨ ਉਪਹਾਰ ਚੜਾਵਾ, ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਉਪਹਾਰ ਲੈ ਕੇ ਲੋਕ ਆਉਂਦੇ ਹਨ ਤੇ ਮਹਾਰਾਜ ਨੂੰ ਚੜਾਵਾ ਚੜਾਉਂਦੇ ਹਨ। ਦਰਬ ਜਵਾਹਰ ਜੇ ਤਤ ਪਾਵਾ, ਕੋਈ ਹੀਰੇ ਮੋਤੀ ਜਵਰਾਤ ਮਾਇਆ ਧਨ ਪਦਾਰਥ ਭੇਟਾ ਕਰਦੇ ਹਨ। ਸ਼ਸਤਰ ਬਸਤਰ ਬਹੁ ਮੁੱਲ ਆਨ, ਬਹੁ ਕੀਮਤੀ ਬਸਤਰ ਕੀਮਤੀ ਸ਼ਸਤਰ ਖੰਡੇ ਤਲਵਾਰਾਂ ਢਾਲਾਂ ਬਰਛੇ ਬੰਦੂਕਾਂ ਗੁਰੂ ਸਾਹਿਬ ਨੂੰ ਭੇਟਾ ਕਰਦੇ ਹਨ। ਧਰ ਧਰ ਦਰਸੈ ਗੁਰ ਪਗ ਮਾਨੈ, ਮਹਾਰਾਜ ਦੇ ਚਰਨਾਂ 'ਚ ਚੰਗਾ ਸ਼ਸਤਰ ਤੇ ਬਸਤਰ ਭੇਟਾ ਕਰਕੇ ਮਹਾਰਾਜ ਦੀ ਖੁਸ਼ੀ ਲੈਂਦੇ ਹਨ। ਦਾਰਸ਼ ਕੋਹ ਪਹੁੰਚਿਓ ਆਏ, ਦਾਰਾ ਸ਼ਿਕੋਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨਾਂ ਲਈ ਕੀਰਤਪੁਰ ਸਾਹਿਬ ਆ ਪਹੁੰਚਿਆ ਹੈ। ਇੱਕ ਸੁੰਦਰ ਥਲ ਸਿਵਰ ਲਗਾਏ, ਬੜੀ ਸੋਹਣੀ ਰਮਣੀਕ ਕੀਰਤਪੁਰ ਸਾਹਿਬ ਦੀ ਧਰਤੀ, ਇੱਕ ਪਾਸੇ ਸ਼ਿਵਾਲਕ ਦੀਆਂ ਪਹਾੜੀਆਂ, ਇੱਕ ਪਾਸੇ ਸਾਧ ਸੰਗਤ ਜੀ ਦਰਿਆ ਸਤਲੁਜ ਦਾ ਪ੍ਰਵਾਹ ਚੱਲ ਰਿਹਾ ਹੈ। ਬੜੀ ਹਰੀ ਭਰੀ ਸੁੰਦਰ ਧਰਤੀ ਵੇਖ ਕੇ ਉਹਨੇ ਡੇਰਾ ਲਾਇਆ ਹੈ। ਤੰਬੂ ਸ਼ਮਿਆਨੇ ਗਨਤਾਨੇ, ਬਹੁਤ ਸਾਰੇ ਤੰਬੂ ਸ਼ਮਿਆਨੇ ਲੱਗ ਗਏ। ਬਾਦਸ਼ਾਹ ਦੇ ਪੁੱਤਰ ਦੀ ਛਾਉਣੀ ਕੀਰਤਪੁਰ ਸਾਹਿਬ ਵਿੱਚ ਆ ਪਈ ਹੈ। ਝੰਡਾ ਗਾੜਿਓ ਉੱਚ ਮਹਾਨੇ, ਦਾਰਾ ਸ਼ਿਕੋਹ ਨੇ ਆਪਣਾ ਝੰਡਾ ਉੱਚਾ ਗੱਡ ਦਿੱਤਾ ਹੈ। ਸਕਲ ਬਾਹਨੀ ਡੇਰਾ ਕੀਨਸ, ਔਰ ਜਿੱਥੇ ਉਹਨੇ ਝੰਡਾ ਗੱਡਿਆ ਹੈ ਸਾਰੀ ਫੌਜ ਨੇ ਉੱਥੇ ਛਾਉਣੀ ਪਾ ਲਈ ਹੈ, ਡੇਰਾ ਕਰ ਲਿਆ ਹੈ। ਛਾਇਆ ਜਲ ਕੋ ਸੁਖ ਜਹ ਚੀਨਸ, ਜਿੱਥੇ ਦਰਖਤਾਂ ਦੀ ਛਾਂ ਵਧੀਆ ਵੇਖੀ ਹੈ, ਛਾਇਆਦਾਰ ਬੂਟੇ ਵੇਖੇ ਹਨ, ਤੰਬੂ ਲਵਾ ਦਿੱਤੇ ਹਨ। ਸ਼ਾਹ ਜਹਾਂ ਸਤ ਬੈਠਿਓ ਤਬੈ, ਬਾਦਸ਼ਾਹ ਸ਼ਾਹਜਹਾਨ ਦਾ ਪੁੱਤਰ ਔਰੰਗਜ਼ੇਬ ਦਾ ਵੱਡਾ ਭਾਈ ਦਾਰਾ ਸ਼ਿਕੋਹ, ਜੋ ਸੰਤਾਂ ਮਹਾਂਪੁਰਸ਼ਾਂ ਦਾ ਸੰਗੀ ਹੈ, ਆਪਣੀ ਫੌਜ ਸਮੇਤ ਸ੍ਰੀ ਕੀਰਤਪੁਰ ਸਾਹਿਬ ਆ ਪਹੁੰਚਿਆ ਹੈ। ਕੀਰਤਪੁਰ ਕੋ ਪਿਖ ਕੈ ਤਬੈ, ਜਦੋਂ ਉਸ ਦਾਰਾ ਸ਼ਿਕੋਹ ਨੇ ਗੁਰੂ ਕੀ ਨਗਰੀ
ਸ੍ਰੀ ਕੀਰਤਪੁਰ ਸਾਹਿਬ ਦੇ ਦਰਸ਼ਨ ਕੀਤੇ ਹਨ। ਬੂਝਣ ਲੱਗਿਓ ਨਿਕਟ ਉਮਰਾਵ, ਆਪਣੇ ਉਮਰਾਵਾਂ ਨੂੰ, ਆਪਣੇ ਅਫਸਰਾਂ ਨੂੰ ਪੁੱਛਦਾ ਹੈ, ਕੌਣ ਬਸੈ ਪਤ ਕੋ ਇਸ ਥਾਵ। ਇਹ ਕਿਹੜੀ ਧਰਤੀ ਹੈ? ਇਸ ਧਰਤੀ ਦਾ ਰਾਜਾ ਕੌਣ ਹੈ? ਇੱਥੇ ਕੌਣ ਰਹਿੰਦਾ ਹੈ? ਵਲਿਯਹ ਦਿਖਤੇ ਸੁਨ ਕਰ ਕਾਨ, ਵਲੀ ਦਾਰਾ ਸ਼ਿਕੋ ਦਾ ਸਵਾਲ ਸੁਣ ਕੇ ਪੁੱਤੋ ਸੰਤੋ ਸਿੱਖ ਤਿਸ ਥਾਨ। ਜਿਹੜੇ ਸਰਕਾਰੀ ਫੌਜ ਦੇ ਵਿੱਚ ਗੁਰੂ ਕੇ ਸਿੱਖ ਨੌਕਰੀ ਕਰਦੇ ਸਨ, ਸਰਬ ਵਾਰਤਾ ਭਾਖ ਸੁਨਾਈ, ਉਹਨਾਂ ਨੇ ਹੱਥ ਜੋੜ ਕੇ ਬੜੇ ਪ੍ਰੇਮ ਨਾਲ ਇਸ ਧਰਤੀ ਦਾ ਇਤਿਹਾਸ ਸੁਣਾਇਆ ਹੈ। ਪ੍ਰਥਮ ਭਏ ਗੁਰ ਨਾਨਕ ਰਾਈ, ਦੇਖੋ ਬਾਦਸ਼ਾਹ ਸਲਾਮਤ ਵਲੀਐਦ ਸੁਣੋ, ਇਹ ਨਗਰੀ ਬਾਰੇ ਤੁਸੀਂ ਪੁੱਛਿਆ ਹੈ, ਇਹ ਉਹ ਨਗਰੀ ਹੈ ਜਿੱਥੇ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਰਹਿੰਦੇ ਹਨ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਜੋ ਹੋਏ ਹਨ। ਪੀਰ ਮੀਰ ਸਤ ਸਾਧਕ ਜੇਤੇ, ਗੁਰੂ ਨਾਨਕ ਪੀਰਾਂ ਦਾ ਪੀਰ, ਮੀਰਾਂ ਦਾ ਮੀਰ, ਰਾਜਿਆਂ ਦਾ ਰਾਜਾ, ਮਹਾਰਾਜਿਆਂ ਦਾ ਮਹਾਰਾਜਾ, ਜਿਹਦੇ ਚਰਨਾਂ ਤੇ ਬੜੇ ਬੜੇ ਪੀਰ ਵੀ ਝੁਕਦੇ ਸਨ ਤੇ ਮੀਰ ਵੀ ਝੁਕਦੇ ਸਨ। ਅਜ਼ਮਤ ਬਲ ਨ ਮਰੀ ਕਿਆ ਤੇਤੇ, ਜਿਹੜੇ ਕਹਿੰਦੇ ਕਹਾਉਂਦੇ ਸਨ ਅਜ਼ਮਤਾਂ ਦੇ, ਕਰਾਮਾਤਾਂ ਦੇ ਸ਼ਕਤੀਆਂ ਭਰੇ ਪਏ ਸਨ। ਬਾਬੇ ਨਾਨਕ ਦੀ ਝਾਲ ਨਹੀਂ ਚੱਲ ਸਕੇ, ਉਹ ਗੁਰੂ ਨਾਨਕ ਦੇ ਚਰਨਾਂ ਤੇ ਝੁਕ ਗਏ। ਕਿਹੜਾ ਚੱਲੇ? ਗੁਰੂ ਦੀ ਝਾਲਾ। ਸਾਰੀ ਦੁਨੀਆ ਗੁਰੂ ਨਾਨਕ ਦੇ ਚਰਨਾਂ ਤੇ ਝੁਕ ਗਈ ਹੈ। ਐਸਾ ਭਇਓ ਨਾ ਜਗ ਮੈਂ ਕੋਈ, ਐਸਾ ਕੋਈ ਹੋਇਆ ਹੀ ਨਹੀਂ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਗੁਰੂ ਨਾਨਕ ਵਰਗਾ ਕੋਈ ਮਹਾਂਪੁਰਸ਼, ਪੈਗੰਬਰ, ਪੀਰ, ਅਵਤਾਰ ਸੰਸਾਰ ਤੇ ਨਹੀਂ ਆਇਆ। ਮਿਲ ਕਰ ਨਮਰ ਹੋਏ ਨਹ ਜੋਈ, ਇਹੋ ਜਿਹਾ ਵੀ ਕੋਈ ਬੰਦਾ ਨਹੀਂ ਸੀ ਜਿਹੜਾ ਉਹਨਾਂ ਅੱਗੇ ਝੁਕਿਆ ਨਾ ਹੋਵੇ। ਮੱਕਾ ਮਦੀਨਾ ਸਭੇ ਨਿਵਾਇਆ। ਉਹਨਾਂ ਨੇ ਤਾਂ ਵੱਡੇ ਵੱਡੇ ਮੱਕੇ ਮਦੀਨੇ ਵਰਗੇ ਧਰਮ ਕੇਂਦਰਾਂ ਨੂੰ ਵੀ ਝੁਕਾ ਦਿੱਤਾ। 84 ਸਿੱਧ 9 ਨਾਥ ਉਹਨਾਂ ਦੇ ਚਰਨਾਂ ਤੇ ਝੁਕ ਗਏ। ਰਾਗ ਰਾਗਨੀ ਮੰਗਲ ਗਾਇਆ। ਗੁਰੂ ਨਾਨਕ ਦੀ ਮਹਿਮਾ ਤੇ ਸਭ ਸ੍ਰਿਸ਼ਟੀ ਗਾ ਰਹੀ ਹੈ। ਇਤਨੇ ਵੱਡੇ ਸਤਿਗੁਰੂ ਜੀ ਹੋਏ ਹਨ। ਬਿਦਤ ਭਇਓ ਦਸ ਚਾਰ ਤਬਕ ਮਹ, ਉਹਨਾਂ ਦੀ ਮਹਿਮਾ 14 ਤਬਕਾਂ ਵਿੱਚ ਪਸਰ ਗਈ। ਸਤਨਾਮ ਉਪਦੇਸ਼ ਸਬਕ ਮਹ, ਉਹਨਾਂ ਨੇ ਸਭ ਦੁਨੀਆ 'ਚ ਸਤਨਾਮ ਸ੍ਰੀ ਵਾਹਿਗੁਰੂ ਦਾ ਉਪਦੇਸ਼ ਦਿੱਤਾ ਹੈ। ਮਿਲ ਮਿਲ ਕਰਾਮਾਤ ਚਿਨ ਪਾਈ, ਕਹਿੰਦੇ ਜਿਹੜਾ ਜਿਹੜਾ ਵੀ ਉਹਨਾਂ ਨੂੰ ਮਿਲਿਆ ਹੈ, ਜਿਹੜੇ ਜਿਹੜੇ ਨੇ ਉਹਨਾਂ ਦੀ ਸੇਵਾ ਕੀਤੀ ਹੈ, ਜਿਹੜਾ ਜਿਹੜਾ ਉਹਨਾਂ ਦੀ ਆਸ਼ੀਰਵਾਦ ਦਾ ਪਾਤਰ ਬਣਿਆ ਹੈ, ਗੁਰੂ ਹਰਿਰਾਏ ਸਾਹਿਬ ਦੇ ਦਰ ਤੋਂ ਸਾਰੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਸ਼ਕਤੀਆਂ ਦਾ ਮਾਲਕ ਬਣਿਆ ਹੈ। ਤੇ ਪੀ ਜਾਂ ਜਗ ਗਿਨੇ ਨ ਜਾਈ, ਕਿੰਨੇ ਕੁ ਬੰਦਿਆਂ ਨੂੰ ਗੁਰੂ ਹਰਿਰਾਏ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਬਖਸ਼ਿਸ਼ਾਂ ਕੀਤੀਆਂ ਨੇ ਔਰ ਵੱਡੀਆਂ ਵੱਡੀਆਂ ਵਡਿਆਈਆਂ ਬਖਸ਼ੀਆਂ ਨੇ। ਉਹ ਬੰਦਿਆਂ ਦੀ ਗਿਣਤੀ ਕਰਨੀ ਵੀ ਬੜੀ ਔਖੀ ਹੈ। ਤਿਹ ਗਾਦੀ ਪਰ ਸਪਤਮ ਥਾਨ, ਉਹ ਗੁਰੂ ਨਾਨਕ ਦੀ ਗੱਦੀ ਦੇ ਉੱਤੇ ਇਸ ਵੇਲੇ 7ਵੇਂ ਸਰੂਪ ਸ਼੍ਰੀ ਹਰਿ ਰਾਏ ਬਿਰਾਜਤ ਜਾਨ। ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਬਿਰਾਜਮਾਨ ਹਨ। ਇਹ ਜਾਣ ਲਓ, ਜੋ ਵੀ ਮੰਗੋਗੇ ਉਹ ਮਿਲੇਗਾ। ਸ਼੍ਰੀ ਗੁਰ ਹਰਗੋਬਿੰਦ ਬਲ ਧਾਮਾ, ਮਹਾਬਲੀ ਸੂਰਬੀਰ ਯੋਧੇ। ਗੁਰੂ ਹਰਗੋਬਿੰਦ ਸਾਹਿਬ ਦਾ ਨਾਮ ਤਾਂ ਤੁਸੀਂ ਸੁਣਿਆ ਹੀ ਹੈ। ਮਹਾਸਪਟ ਇਨ ਕੇਰ ਪਿਤਾਮਾ, ਉਹ ਇਹਨਾਂ ਦੇ ਦਾਦਾ ਜੀ ਸਨ। ਗੁਰੂ ਹਰਿਰਾਏ ਸਾਹਿਬ ਜੋ ਹੁਣ ਗੱਦੀ ਤੇ ਹਨ, ਇਸ ਪਿੰਡ ਦੇ ਵਿੱਚ ਰਹਿੰਦੇ ਹਨ, ਉਹਨਾਂ ਦੇ ਦਾਦਾ ਜੀ ਸਨ ਗੁਰੂ ਹਰਗੋਬਿੰਦ ਸਾਹਿਬ, ਮੀਰੀ ਪੀਰੀ ਦੇ ਮਾਲਕ, ਜਿਨ੍ਹਾਂ ਨੇ ਬੜੇ ਬੜੇ ਕਮਸਾਨ ਦੇ ਯੁੱਧ ਕਰਕੇ ਸ਼ਾਹੀ ਫੌਜਾਂ ਦੀ ਧੌਣ ਨਵਾਈ ਹੈ। ਤੋਹੇ ਪਦਰ ਸੋ ਬਿਗਰ ਪਰੇ ਹੈ, ਤੇਰੇ ਪਿਤਾ ਸ਼ਾਹਜਹਾਨ ਨਾਲ ਵਿਗੜ ਗਏ ਸਨ। ਕੋਈ ਗਲਤ ਫਹਿਮੀਆਂ ਹੋ ਗਈਆਂ ਬਾਦਸ਼ਾਹ ਨੂੰ, ਇਸ ਕਰਕੇ ਗੁਰੂ ਸਾਹਿਬ ਜੀ ਨੇ ਬਾਦਸ਼ਾਹ ਦੀ ਪਰਵਾਹ ਕਰਨੀ ਛੱਡ ਦਿੱਤੀ ਸੀ। 4 ਬਾਰ ਕਰ ਓਜ ਲਰੇ ਹੈ, ਤੇ ਬੜੀ ਬਹਾਦਰੀ ਨਾਲ 4 ਵਾਰੀ ਉਹਨਾਂ ਨੇ ਜੰਗ ਲੜਿਆ। 4 ਵਾਰੀ ਤੇਰੇ ਪਿਤਾ ਦੀਆਂ ਫੌਜਾਂ ਨੂੰ ਸ਼ਿਕਸਤ ਦਿੱਤੀ ਜੰਗ ਦੇ ਮੈਦਾਨ ਵਿੱਚ। ਲੱਲਾ ਕੰਬਰ ਲਸ਼ਕਰ ਸਨੇ, ਤੁਸੀਂ ਸੁਣਿਆ ਹੋਣਾ ਲੱਲਾ ਬੇਗ, ਕੰਬਰ ਬੇਗ, ਕਾਲੇ ਖਾਨ, ਇੱਦਾਂ ਦੇ ਬੜੇ ਬੜੇ ਯੋਧੇ ਮਾਰ ਦਿੱਤੇ ਗੁਰੂ ਨੇ। ਜੰਗਲ ਵਿਖਾ ਜੰਗ ਕਰ ਹਨੇ, ਜੰਗਲ ਧਰਤੀ ਵਿੱਚ ਮਾਲਵੇ ਦੀ ਧਰਤੀ ਤੇ ਜੰਗ ਹੋਇਆ। 34,000 ਫੌਜ
ਅਤੇ ਲਲਾ ਬੇਗ ਕਾਬਲ ਦਾ ਸੂਬੇਦਾਰ ਮਾਰ ਦਿੱਤਾ। ਅਬਹਦ ਰਾਜਤ ਤਿਨ ਕੋ ਪੋਤਾ। ਹੁਣ ਉਹਨਾਂ ਦਾ ਪੋਤਰਾ ਗੱਦੀ ਤੇ ਹੈ। ਗੁਰੂ ਹਰਿਰਾਏ ਸਾਹਿਬ ਜੀ ਉਹਨਾਂ ਦਾ ਨਾਮ ਹੈ। ਉਹ ਇਸ ਨਗਰ ਦੇ ਵਿੱਚ ਰਹਿੰਦੇ ਹਨ। ਬ੍ਰਹਮ ਗਿਆਨ ਅਰ ਅਜ਼ਮਤ ਪੋਤਾ। ਉਹ ਬ੍ਰਹਮ ਗਿਆਨ ਤੇ ਸ਼ਕਤੀਆਂ ਦਾ ਜਹਾਜ਼ ਹੈ। ਜਿਵੇਂ ਜਹਾਜ਼ ਤੇ ਬਹੁਤ ਕੁਝ ਲੱਦਿਆ ਹੁੰਦਾ ਹੈ, ਗੁਰੂ ਹਰਿਰਾਏ ਸਾਹਿਬ ਦੇ ਜਹਾਜ਼ ਉੱਤੇ ਬ੍ਰਹਮ ਗਿਆਨ ਲੱਦਿਆ ਹੋਇਆ ਹੈ। ਸਾਰੀਆਂ ਪਾਵਰਾਂ, ਸਾਰੀਆਂ ਸ਼ਕਤੀਆਂ ਹੱਥ ਜੋੜ ਕੇ ਖੜੀਆਂ ਹਨ। ਜਿਨ ਮਿਲ ਨੇਕ ਫਲ ਹੋਏ ਭਾਰਾ। ਐਸੇ ਗੁਰੂ ਹਰਿਰਾਏ ਸਾਹਿਬ ਜੀ ਇੱਥੇ ਰਹਿੰਦੇ ਹਨ, ਜਿਨ੍ਹਾਂ ਦੇ ਮਿਲਣ ਦਾ ਬਹੁਤ ਜ਼ਿਆਦਾ ਫਲ ਹੈ। ਕਿਰਪਾ ਦ੍ਰਿਸ਼ਟ ਤੇ ਹੋਏ ਨ ਸੰਸਾਰਾ। ਜੇ ਉਹਨਾਂ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ, ਗੁਰੂ ਹਰਿਰਾਏ ਸਾਹਿਬ ਕਿਸੇ ਬੰਦੇ ਤੇ ਮਿਹਰ ਦੀ ਨਿਗਾਹ ਪਾ ਦੇਣ, ਤਾਂ ਮੁੜ ਕੇ ਉਹ ਬੰਦਾ ਸੰਸਾਰ ਸਾਗਰ 'ਚ ਗੋਤੇ ਨਹੀਂ ਖਾਂਦਾ। ਉਹਦਾ ਸੰਸਾ ਮਿਟ ਜਾਂਦਾ ਹੈ, ਉਹਦਾ ਜਨਮ ਮਰਨ ਵੀ ਮਿਟ ਜਾਂਦਾ ਹੈ। ਤਿਨ ਕੇ ਦਰਸ਼ਨ ਕੋ ਬੜ ਭਾਗੇ। ਧੰਨ ਧੰਨ ਸਤਿਗੁਰੂ ਮਹਾਰਾਜ ਜੀ, ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਦਰਸ਼ਨ ਵੱਡੇ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੇ ਹਨ। ਵਰਹਿ ਕਾਮ ਆਵਹਿ ਅਨੁਰਾਗੇ। ਜਿਹੜਾ ਵੀ ਉਹਨਾਂ ਦੇ ਦਰ ਤੇ ਪ੍ਰੇਮ ਨਾਲ ਆਉਂਦਾ ਦਰਸ਼ਨ ਕਰਨ ਵਾਸਤੇ, ਉਹਦੀਆਂ ਕਾਮਨਾ ਪੂਰਨ ਕਰਦੇ ਹਨ। ਦੇਸ਼ ਵਿਦੇਸ਼ਨ ਸਾਗਰ ਦੀਪ। ਗੁਰੂ ਸਾਹਿਬ ਦੀ ਸੋਭਾ ਦੇਸ਼ਾਂ ਵਿੱਚ, ਵਿਦੇਸ਼ਾਂ ਵਿੱਚ, ਸਮੁੰਦਰ ਦੇ ਟਾਪੂਆਂ ਵਿੱਚ, ਦੂਰ ਨੇੜੇ ਸਭ ਥਾਂ ਤੇ ਫੈਲੀ ਹੋਈ ਹੈ। ਇਹ ਬਾਦਸ਼ਾਹ, ਇਹ ਕੋਈ ਛੋਟਾ ਮੋਟਾ ਸਥਾਨ ਨਹੀਂ ਹੈ। ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਾਗਦੀ ਜੋਤ, ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਸਥਾਨ ਹੈ। ਆਏ ਸਮੀਪਹਿ ਰੰਗ ਮਹੀਪ। ਇਹ ਇਹੋ ਜਿਹੇ ਗੁਰੂ ਹਨ, ਇਹਨਾਂ ਦੇ ਦਰਬਾਰ ਦੇ ਵਿੱਚ ਕਿਸੇ ਨੂੰ ਰੁਕਾਵਟ ਨਹੀਂ ਵੀ ਤੂੰ ਆ ਨਹੀਂ ਸਕਦਾ। ਰਾਜਾ ਵੀ ਆ ਸਕਦਾ ਇੱਥੇ, ਭਿਖਾਰੀ ਵੀ ਆ ਸਕਦਾ, ਗਰੀਬ ਵੀ ਆ ਸਕਦਾ, ਅਮੀਰ ਵੀ ਆ ਸਕਦਾ, ਹਿੰਦੂ ਵੀ ਆ ਸਕਦਾ, ਮੁਸਲਮਾਨ ਵੀ ਆ ਸਕਦਾ। ਅਨਕ ਉਪਾਇਨ ਕਹ ਅਰ ਪਾਵਹਿ। ਔਰ ਆਉਂਦੇ ਵੀ ਨੇ ਲੋਕ, ਰਾਜੇ ਵੀ ਆਉਂਦੇ ਨੇ ਤੇ ਭਿਖਾਰੀ ਵੀ ਆਉਂਦੇ ਨੇ। ਜਿਹੜਾ ਵੀ ਸ਼ਰਧਾ ਲੈ ਕੇ ਆਉਂਦਾ, ਉਹਦੀ ਸ਼ਰਧਾ ਪੂਰੀ ਹੁੰਦੀ ਹੈ। ਔਰ ਆਪਣੇ ਵੱਲੋਂ ਹਰ ਕੋਈ ਲਿਆ ਕੇ ਪ੍ਰੇਮ ਭੇਟਾ, ਕੋਈ ਕੌਡੀ ਦਮੜੀ ਭੇਟਾ ਕਰਦਾ ਤੇ ਕੋਈ ਲੱਖਾਂ ਦੀ ਚੜ੍ਹ ਚੜਾ ਜਾਂਦਾ, ਕੋਈ ਵਧੀਆ ਹਾਥੀ ਘੋੜੇ ਸ਼ਸਤਰ ਭੇਟਾ ਕਰ ਜਾਂਦਾ। ਗੁਰੂ ਦੀ ਕਿਰਪਾ ਸਾਰਿਆਂ ਤੇ ਇੱਕੋ ਜਿਹੀ ਹੁੰਦੀ ਹੈ। ਅਬ ਸਤਿਗੁਰ ਇਸ ਪੁਰ ਦਰਸਾਵਹਿ। ਹੁਣ ਮਹਾਰਾਜ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਇਸ ਨਗਰੀ 'ਚ ਰਹਿੰਦੇ ਆ। ਇੱਥੇ ਉਹਨਾਂ ਦੇ ਦਰਸ਼ਨ ਹੁੰਦੇ। ਪਹਿਲੇ ਸਤਿਗੁਰੂ ਜੀ ਸਾਰੀ ਦੁਨੀਆ ਦਾ ਚੱਕਰ ਲਾ ਕੇ ਆਏ ਸੀ ਤੇ ਅੰਤ ਸਮਾਂ ਸ੍ਰੀ ਕਰਤਾਰਪੁਰ ਸਾਹਿਬ ਰਾਵੀ ਦੇ ਕੰਢੇ ਗੁਜ਼ਾਰਿਆ ਸੀ। ਉੱਥੇ ਜੋਤੀ ਜੋਤ ਸਮਾਏ ਸਨ। ਗੁਰੂ ਅੰਗਦ ਦੇਵ ਜੀ ਮਹਾਰਾਜ 12 ਸਾਲ ਲਗਭਗ ਗੁਰਤਾ ਗੱਦੀ ਨੂੰ ਭਾਗ ਲਾਏ, ਪਰ ਆਪਣਾ ਨਿਵਾਸ ਸਥਾਨ ਸ੍ਰੀ ਖਡੂਰ ਸਾਹਿਬ ਹੀ ਰੱਖਿਆ, ਹੋਰ ਕਿਤੇ ਬਹੁਤਾ ਵਿਚਰੇ ਨਹੀਂ। ਇੱਕ ਵਾਰੀ ਖਹਿਰਿਆਂ ਨੇ ਜਦੋਂ ਤਪੇ ਦੇ ਆਖੇ ਲੱਗ ਕੇ ਮਜਬੂਰ ਕਰ ਦਿੱਤਾ ਸੀ ਕਿ ਆਪ ਜੀ ਇੱਥੋਂ ਚਲੇ ਜਾਓ, ਉਦੋਂ ਥੋੜ੍ਹੇ ਸਮੇਂ ਲਈ ਬਰੋਵਾਲ ਆਪਣੇ ਕਿ ਖਾਨ ਛਾਪਰੀ ਸਾਹਿਬ, ਇੱਦਾਂ ਦੇ ਕੁਝ ਨਗਰ ਹਨ ਲਾਗੇ ਸ੍ਰੀ ਖਡੂਰ ਸਾਹਿਬ ਜੀ ਦੇ, ਉੱਥੇ ਗਏ। ਫਿਰ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਪਿੰਡ ਦੇ ਲੋਕਾਂ ਨੂੰ ਸਮਝਾਇਆ ਤੇ ਉਹ ਫਿਰ ਬੇਨਤੀ ਕਰਕੇ ਮਹਾਰਾਜ ਨੂੰ ਵਾਪਸ ਲੈ ਆਏ, ਜਦੋਂ ਤਪੇ ਨੂੰ ਵੀ ਸੋਧਾ ਲਾਇਆ ਸੀ। ਸੋ ਇਹ ਸਾਧ ਸੰਗਤ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਨਗਰੀ ਖਡੂਰ ਸਾਹਿਬ ਹੈ। ਫਿਰ ਗੁਰੂ ਅਮਰਦਾਸ ਮਹਾਰਾਜ ਹੋਏ, ਉਹਨਾਂ ਨੇ ਗੋਇੰਦਵਾਲ ਸਾਹਿਬ 22 ਸਾਲ ਉੱਥੇ ਹੀ ਰਹੇ। ਜ਼ਿਆਦਾਤਰ ਕਿਤੇ ਬਹੁਤ ਪ੍ਰੇਮੀ ਸਿੱਖਾਂ ਦੇ ਭਲੇ ਵਾਸਤੇ ਕਿਤੇ ਗਏ ਹੋਣ ਇੱਕ ਦੋ ਵਾਰੀ, ਪਰ ਜ਼ਿਆਦਾ ਸਮਾਂ ਆਪਣਾ ਸ੍ਰੀ ਗੋਇੰਦਵਾਲ ਸਾਹਿਬ ਹੀ ਗੁਜ਼ਾਰਿਆ। ਸ੍ਰੀ ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ ਨੇ ਵੀ ਆਪਣਾ ਜ਼ਿਆਦਾ ਸਮਾਂ ਸ੍ਰੀ ਗੋਇੰਦਵਾਲ ਸਾਹਿਬ ਗੁਜ਼ਾਰਿਆ। ਥੋੜ੍ਹਾ ਜਿਹਾ ਸਮਾਂ ਵਿੱਚ ਸ੍ਰੀ ਅੰਮ੍ਰਿਤਸਰ ਦੀ ਸੇਵਾ ਸ਼ੁਰੂ ਕਰਾਈ ਸੀ, ਪਰ ਜੋਤੀ ਜੋਤ ਸਮਾਉਣ ਦਾ ਸਮਾਂ ਨੇੜੇ ਆ ਗਿਆ, ਇਸ ਕਰਕੇ ਵਾਪਸ ਸ੍ਰੀ ਗੋਇੰਦਵਾਲ ਸਾਹਿਬ ਹੀ ਚਲੇ ਗਏ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ 25 ਸਾਲ ਗੁਰਤਾ ਗੱਦੀ ਤੇ ਭਾਗ ਲਾਏ। ਸ੍ਰੀ ਅੰਮ੍ਰਿਤਸਰ ਦੀ ਧਰਤੀ ਨੂੰ ਬਹੁਤ ਭਾਗ ਲਾਏ। ਅੰਮ੍ਰਿਤਸਰ ਦੀ ਨਗਰੀ ਵਸਾਈ,
ਤੇ ਤਰਨਤਾਰਨ ਸਾਹਿਬ ਵਸਾਇਆ, ਸਰਾਲੀ ਸਾਹਿਬ, ਚੋਲਾ ਸਾਹਿਬ। ਇੱਦਾਂ ਫਿਰ ਮਹਾਰਾਜ ਗੋਇੰਦਵਾਲ ਸਾਹਿਬ ਵੀ ਰਹਿੰਦੇ, ਹੋਰ ਵੀ ਕਈ ਥਾਵਾਂ ਤੇ। ਕਰਤਾਰਪੁਰ ਸਾਹਿਬ ਜਲੰਧਰ ਆ ਭਾਗ ਲਾਏ, ਇੱਥੇ ਨਗਰ ਵਸਾਇਆ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਤੇ ਕਰਤਾਰਪੁਰ ਦੋ ਨਗਰਾਂ ਨੂੰ ਜ਼ਿਆਦਾ ਰੌਣਕਾਂ ਦਿੱਤੀਆਂ। ਅੰਮ੍ਰਿਤਸਰ ਵੀ ਬਹੁਤ ਸਮਾਂ ਰਹੇ ਛੇਵੇਂ ਪਾਤਸ਼ਾਹ। ਹੁਣ ਸੱਤਵੇਂ ਪਾਤਸ਼ਾਹ ਇਸ ਨਗਰੀ 'ਚ ਰਹਿੰਦੇ ਹਨ। ਇਸ ਵੇਲੇ ਗੁਰੂ ਦੀ ਨਗਰੀ ਕੀਰਤਪੁਰ ਸਾਹਿਬ ਹੈ। ਦਾਰਸ਼ ਕੋਹ ਪ੍ਰਸ਼ੰਸਾ ਸੁਨ ਕੈ ਦਾਰਾ ਸ਼ਿਕੋਹ ਨੇ ਜਦੋਂ ਮਹਾਰਾਜ ਦੀ ਪ੍ਰਸ਼ੰਸਾ ਸੁਣੀ, ਗੁਰੂ ਹਰਿਰਾਏ ਸਾਹਿਬ ਜੀ ਦੀ, ਹਰਖ ਭਰਿਓ ਔਰ ਨਿਜ ਭਲ ਗੁਣ ਕੈ। ਉਹ ਬੜਾ ਖੁਸ਼ ਹੋਇਆ। ਉਹਨੇ ਆਖਿਆ ਮੇਰਾ ਤਾਂ ਭਲਾ ਹੋਏਗਾ ਇੱਥੇ, ਕਿਉਂਕਿ ਇਹਨਾਂ ਦੀ ਕਿਰਪਾ ਨਾਲ ਤਾਂ ਮੇਰੀ ਜਾਨ ਬਚੀ ਸੀ। ਜਿਹੜੀ ਹਰੜ ਤੇ ਲੌਂਗ ਕਿਤੋਂ ਨਹੀਂ ਸੀ ਮਿਲਿਆ, ਉਹ ਗੁਰੂ ਮਹਾਰਾਜ ਨੇ ਖਜ਼ਾਨੇ 'ਚੋਂ ਕੱਢ ਕੇ ਭੇਜਿਆ ਸੀ ਤੇ ਦਾਰਾ ਸ਼ਿਕੋਹ ਦੀ ਜਾਨ ਬਚੀ ਸੀ। ਸੋ ਹੁਣ ਦਾਰਾ ਸ਼ਿਕੋਹ ਗੁਰੂ ਸਾਹਿਬ ਨੂੰ ਮਿਲੇਗਾ, ਦਰਸ਼ਨ ਕਰੇਗਾ। ਉਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰਾਥ ਅਗੰਮ ਪੂਰਨ ਮੋਹਿ ਮਇਆ ਤਾਰ। ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆ